ਵੱਡਾ ਸਤਿਗੁਰ ਨਾਨਕ। ਜਿਨ ਕਲ ਰਾਖੀ ਮੇਰੀ, ਕਨ ਹਰ ਬੂੰਦ ਬਸੁਅਰੋ ਮਾਵਲ। ਕੁਸਮ ਬਸੰਤ ਗਨੰਤ ਨਾ ਆਵੈ। ਰਵ ਸਸ ਕਿਰਨ ਉਦਰ ਸਾਗਰ ਕੋ। ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੇ। ਕਬ ਜਨ ਭਲ ਉਨਹਿ ਜੋ ਗਾਵੈ। ਭੱਲੇ ਅਮਰਦਾਸ ਗੁਣ ਤੇਰੇ। ਤੇਰੀ ਉਪਮਾ ਤੋਹਿ ਬਨ ਆਵੈ। ਗੁਰ ਅਮਰਦਾਸ ਪਰਸੀਐ। ਹੁਮ ਪਾਤਕ ਵਿਨਾਸੈ। ਗੁਰ ਅਮਰਦਾਸ ਪਰਸੀਐ। ਸਿੱਧ ਸਾਧਿਕ ਆਸਾਸ ਹੈ। ਗੁਰ ਅਮਰਦਾਸ ਪਰਸੀਐ। ਧਿਆਨ ਲਹੀਐ ਪਉ ਮੁਕਹਿ। ਗੁਰ ਅਮਰਦਾਸ ਪਰਸੀਐ। ਅਭਉ ਲੱਭੈ ਗਾਉ ਚੁੱਕਹਿ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ। ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ। ਆਨੰਦ ਭਇਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ। ਸਤਿਗੁਰ ਦਾ ਪਾਇਆ ਸਹਿਜ ਸੇਤੀ। ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰੀਆਂ। ਸ਼ਬਦ ਗਾਵਣ ਆਈਆਂ। ਸ਼ਬਦ ਤਾ ਗਾਵੋ ਹਰੀ ਕੇਰਾ। ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ। ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਅਪਰ ਅਪਾਰ ਬਖਸ਼ਿਸ਼ ਦਾ ਸਦਕਾ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨੇ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਜੀ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ, ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਆਪਣੇ ਅੰਮ੍ਰਿਤਮਈ ਦੀਦਾਰ ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਬਖਸ਼ਿਆ ਹੈ। ਲੜੀਵਾਰ ਰੂਪ ਦੇ ਵਿੱਚ ਸਤਿਗੁਰੂ ਜੀ ਅੱਜ ਦਾ ਜੋ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਰਾਮ ਕਲੀ ਰਾਗ ਦੇ ਅੰਦਰ ਜੋ ਤੁਰਕੀ ਬਾਣੀ ਦੀ ਕਥਾ ਦਾ ਪ੍ਰਵਾਹ ਚੱਲ ਰਿਹਾ ਹੈ, ਆਨੰਦ ਸਾਹਿਬ ਦੀ ਬਾਣੀ ਸਾਧ ਸੰਗਤ ਜੀ ਆਰੰਭ ਹੋਈ ਹੈ। ਸਤਿਗੁਰੂ ਜੀ ਦੀ ਇਹ ਪਵਿੱਤਰ ਅੰਮ੍ਰਿਤ ਬਾਣੀ ਜੋ 917 ਅੰਗ ਤੋਂ ਸਾਧ ਸੰਗਤ ਜੀ ਆਰੰਭ ਹੁੰਦੀ ਹੈ,
ਔਰ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਇਹ ਪਾਵਨ ਬਾਣੀ ਹੈ। ਇਤਿਹਾਸ ਵਿੱਚ ਐਸਾ ਜ਼ਿਕਰ ਆਇਆ ਹੈ ਕਿ ਇੱਕ ਜੋਗੀ ਜੋ ਬਹੁਤ ਵੱਡੀ ਜਿਸ ਦੀ ਸਰੀਰ ਕਾਰਬਲਾ ਹੈ, ਜੰਗਲਾਂ ਦੇ ਵਿੱਚ ਪਹਾੜਾਂ ਦੇ ਵਿੱਚ ਜਿਸ ਨੇ ਬਹੁਤ ਲੰਮਾ ਸਮਾਂ ਰਹਿ ਕਰਕੇ ਤਪ ਕੀਤਾ ਤੇ ਸਤਿਗੁਰੂ ਤੀਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਸਾਹਿਬ ਜੀ ਦੀ ਮਹਿਮਾ ਸੁਣ ਕਰਕੇ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਇਆ ਤੇ ਉਸ ਜੋਗੀ ਨੇ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕਰੋ, ਆਨੰਦ ਦੀ ਦਾਤ ਬਖਸ਼ਿਸ਼ ਕਰੋ, ਜੀਵਨ ਮੁਕਤੀ ਦੀ ਦਾਤ ਬਖਸ਼ੋ। ਤੇ ਸਤਿਗੁਰੂ ਤੀਜੇ ਪਾਤਸ਼ਾਹ ਗਰੀਬ ਨਵਾਜ ਕਹਿਣ ਲੱਗੇ ਕਿ ਇਹ ਜੋਗੀ, ਤੈਨੂੰ ਸਿੱਖੀ ਦੀ ਦਾਤ ਤਾਂ ਬਖਸ਼ ਦਈਏ, ਪਰ ਸਿੱਖੀ ਦੀ ਦਾਤ ਜਿਸ ਵੇਲੇ ਪ੍ਰਾਪਤ ਹੋਵੇ ਤੇ ਫਿਰ ਜੰਮਣਾ ਮਰਨਾ ਮੁੱਕ ਜਾਂਦਾ ਹੈ, ਪਰ ਤੇਰੀ ਪਰਾਲਬਧ ਦੇ ਵਿੱਚ ਅਜੇ ਇੱਕ ਜਨਮ ਹੋਰ ਲਿਖਿਆ ਹੈ, ਤੂੰ ਇੱਕ ਜਨਮ ਹੋਰ ਧਾਰਨ ਕਰਨਾ। ਤਾਂ ਮਹਾਰਾਜ ਸਾਹਿਬ ਜੀ ਦੀ ਆਗਿਆ ਦੇ ਨਾਲ ਫਿਰ ਉਹ ਜੋਗੀ ਨੇ ਆਪਣਾ ਸਰੀਰ ਤਿਆਗ ਕਰਕੇ ਗੁਰੂ ਘਰ ਦੇ ਵਿੱਚ ਹੀ ਜਨਮ ਲਿਆ, ਜੋ ਇਤਿਹਾਸ ਵਿੱਚ ਬਚਨ ਹੈ ਤੀਜੇ ਪਾਤਸ਼ਾਹ ਜੀ ਦੇ ਬਚਨਾਂ ਦੇ ਅਨੁਸਾਰ। ਤੇ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਜੋ ਛੋਟੇ ਸਾਹਿਬਜ਼ਾਦੇ ਹਨ, ਵੱਡੇ ਬਾਬਾ ਮੋਹਨ ਜੀ ਤੇ ਛੋਟੇ ਬਾਬਾ ਮੋਹਰੀ ਜੀ, ਬਾਬਾ ਮੋਹਰੀ ਜੀ ਦੇ ਘਰੇ ਫਿਰ ਉਹ ਜੋਗੀ ਜਨਮਿਆ। ਜਿਸ ਵੇਲੇ ਜਨਮ ਹੋਇਆ ਹੈ ਸਤਿਗੁਰੂ ਅੰਤਰਜਾਮੀ ਤਾਂ ਜਾਣਦੇ ਹੀ ਹਨ ਵੀ ਇਹ ਉਹੀ ਜੋਗੀ ਹੈ ਜਿਹੜਾ ਮੁਕਤੀ ਲੈਣ ਵਾਸਤੇ ਆਇਆ ਸੀ, ਆਨੰਦ ਲੈਣ ਵਾਸਤੇ ਆਇਆ ਸੀ। ਉਹ ਪੋਤਰਾ ਰੂਪ ਹੋ ਕਰਕੇ ਮਹਾਰਾਜ ਦੇ ਘਰੇ ਜਨਮਿਆ। ਜਿਸ ਵੇਲੇ ਸਤਿਗੁਰੂ ਸਾਹਿਬ ਜੀ ਨੂੰ ਆ ਕਰਕੇ ਗੁਰਸਿੱਖਾਂ ਨੇ ਵਧਾਈਆਂ ਦਿੱਤੀਆਂ ਕਿ ਮਹਾਰਾਜ ਆਪ ਜੀ ਦੇ ਘਰੇ ਪੋਤਰਾ ਜਨਮਿਆ ਹੈ, ਗੋਇੰਦਵਾਲ ਸਾਹਿਬ ਦੇ ਵਿੱਚ ਆਪ ਜੀ ਦੇ ਸੁਪੁੱਤਰ ਬਾਬਾ ਮੋਹਰੀ ਜੀ ਦੇ ਘਰ ਦੇ ਵਿੱਚ ਬੇਟਾ ਹੋਇਆ ਤੇ ਮਹਾਰਾਜ ਸਾਹਿਬ ਜੀ ਦੇ ਪਾਸ ਵੀ ਲੈ ਕਰਕੇ ਆਂਦਾ ਉਸ ਬਾਲਕ ਨੂੰ, ਤੇ ਸਤਿਗੁਰੂ ਜੀ ਨੇ ਆਪਣੇ ਹੱਥਾਂ ਤੇ ਚੁੱਕ ਕਰਕੇ ਪਵਿੱਤਰ ਕਰ ਕਮਲਾਂ ਤੇ ਚੁੱਕ ਕਰਕੇ ਉਸ ਦਾ ਨਾਮ ਆਨੰਦ ਰੱਖਿਆ, ਆਪਣੇ ਪੋਤਰੇ ਦਾ ਨਾਮ ਆਨੰਦ ਰੱਖਿਆ। ਤੇ ਉਸ ਮੌਕੇ ਦੇ ਉੱਤੇ ਮਹਾਰਾਜ ਸਾਹਿਬ ਜੀ ਨੇ ਉਸ ਨੂੰ ਆਨੰਦ ਦੇਣ ਵਾਸਤੇ ਇਹ 40 ਪੌੜੀਆਂ ਆਨੰਦ ਸਾਹਿਬ ਬਾਣੀ ਦੀਆਂ ਉਚਾਰਨ ਕੀਤੀਆਂ। ਆਪਣੇ ਪੋਤਰੇ ਜਿਸ ਦਾ ਨਾਮ ਵੀ ਗੁਰੂ ਸਾਹਿਬ ਨੇ ਆਨੰਦ ਰੱਖਿਆ ਤੇ ਸਤਿਗੁਰੂ ਸਾਹਿਬ ਜੀ ਨੇ ਉਸ ਨੂੰ ਆਨੰਦ ਦੀ ਦਾਤ ਬਖਸ਼ਣ ਵਾਸਤੇ, ਉਸ ਦੇ ਪ੍ਰਥਾਏ ਸਭ ਸੰਸਾਰ ਨੂੰ ਆਨੰਦ ਦੀ ਦਾਤ ਬਖਸ਼ਣ ਵਾਸਤੇ ਮਹਾਰਾਜ ਸਾਹਿਬ ਜੀ ਨੇ ਰਾਮਕਲੀ ਰਾਗ ਦੇ ਵਿੱਚ ਤੀਜੇ ਪਾਤਸ਼ਾਹ ਜੀ ਨੇ ਆਨੰਦ ਸਾਹਿਬ ਦੀ ਬਾਣੀ ਉਚਾਰਨ ਕੀਤੀ ਤੇ ਸਤਿਗੁਰੂ ਜੀ ਨੇ 40 ਪੌੜੀਆਂ ਆਪਣੀ ਰਸਨਾ ਤੋਂ ਉਚਾਰਨ ਕੀਤੀਆਂ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ। ਤੇ ਉਸ ਬਾਲਕ ਨੂੰ ਸੁਣਾਈਆਂ, ਉਸ ਦਾ ਨਾਮ ਆਨੰਦ ਰੱਖ ਦਿੱਤਾ ਆਪਣੇ ਪੋਤਰੇ ਦਾ। ਫਿਰ ਉਸੇ ਹੀ ਬਾਬੇ ਆਨੰਦ ਦੇ ਘਰ ਦੇ ਵਿੱਚ ਸਮਾਂ ਪਾ ਕਰਕੇ ਅੱਗੇ ਜੋ ਉਹਨਾਂ ਦਾ ਪੁੱਤਰ ਹੋਇਆ ਨਾ, ਉਸ ਦਾ ਨਾਮ ਹੋਇਆ ਬਾਬਾ ਸੁੰਦਰ, ਜਿਸ ਨੇ ਸਾਧ ਸੰਗਤ ਜੀ ਗੁਰੂ ਅਮਰਦਾਸ ਸਾਹਿਬ ਜੀ ਦਾ ਦਿੱਤਾ ਹੋਇਆ ਉਪਦੇਸ਼ ਉਹ ਪੰਜਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਦੋਂ ਗੋਇੰਦਵਾਲ ਸਾਹਿਬ ਦੇ ਵਿੱਚ ਆਏ ਸਨ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਪੁੱਛਿਆ ਸੀ ਬਾਬੇ ਆਨੰਦ ਦੇ ਪੁੱਤਰ ਬਾਬੇ ਸੁੰਦਰ ਜੀ ਤੋਂ ਕਿ ਸਾਡੇ ਨਾਨਾ ਸਤਿਗੁਰੂ ਜੀ ਜਿਸ ਵੇਲੇ ਸੱਚਖੰਡ ਪਿਆਨਾ ਕੀਤਾ ਉਸ ਵੇਲੇ ਕਿਹੜੀ ਕਿਹੜੀ ਸਿੱਖਿਆ ਦਿੱਤੀ ਸੀ। ਤੇ ਉਹ ਆਨੰਦ ਸਾਹਿਬ ਦੀ ਬਾਣੀ ਤੋਂ ਅਗਲੀ ਬਾਣੀ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਅੰਕਿਤ ਹੈ, ਜਿਸ ਬਾਣੀ ਦਾ ਨਾਮ ਹੈ ਸੱਦ, ਉਹ ਸੱਦ ਵਿੱਚ ਉਪਦੇਸ਼ ਤਾਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਹੈ, ਪਰ ਬਾਬਾ ਸੁੰਦਰ ਜੀ ਨੇ ਉਚਾਰਨ ਕੀਤਾ ਹੈ।
ਵੀ ਇਹ ਉਪਦੇਸ਼ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਹਿਬ ਜੀ ਨੇ ਸਾਡੇ ਪੜਦਾਦਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਸੀ। ਬਾਬੇ ਆਨੰਦ ਦੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾਦਾ ਜੀ ਲੱਗੇ ਤੇ ਬਾਬਾ ਸੁੰਦਰ ਜੀ ਦੇ ਪੜਦਾਦਾ ਜੀ ਲੱਗੇ, ਕਿਉਂਕਿ ਗੁਰੂ ਅਮਰਦਾਸ ਸਾਹਿਬ ਜੀ ਦੇ ਪੜਪੋਤੇ ਸਨ ਬਾਬਾ ਸੁੰਦਰ ਜੀ। ਆਪਾਂ ਬਚਨ ਪੜ੍ਹਦੇ ਨਾ, ਉਹਨਾਂ ਦਾ ਨਾਮ ਵੀ ਆਉਂਦਾ ਹੈ ਸੱਦ ਦੀ ਸਮਾਪਤੀ ਤੇ, ਕਹੈ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ। ਤਾਂ ਇਹ ਬਾਬਾ ਆਨੰਦ ਜਿਸ ਦਾ ਪਿਛਲਾ ਜਨਮ ਜੋਗੀ ਦਾ ਹੈ, ਆਨੰਦ ਦੀ ਪ੍ਰਾਪਤੀ ਕਰਨ ਵਾਸਤੇ ਗੁਰੂ ਅਮਰਦਾਸ ਸਾਹਿਬ ਜੀ ਦੀ ਸ਼ਰਨ ਵਿੱਚ ਆਇਆ ਤੇ ਮਹਾਰਾਜ ਸਾਹਿਬ ਜੀ ਦੇ ਘਰੇ ਜਨਮਿਆ ਤੇ ਗਰੀਬ ਨਵਾਜ਼ ਸਤਿਗੁਰੂ ਜੀ ਨੇ 40 ਪੌੜੀਆਂ ਆਨੰਦ ਸਾਹਿਬ ਜੀ ਦੀਆਂ ਉਚਾਰਨ ਕੀਤੀਆਂ। ਫਿਰ ਮਹਾਰਾਜ ਸਾਹਿਬ ਜੀ ਨੇ ਆਪਣੇ ਹਜੂਰੀਏ ਸਿੱਖ ਨੂੰ ਭਾਈ ਬੱਲੂ ਜੀ ਨੂੰ ਆਗਿਆ ਕੀਤੀ ਕਿ ਤੁਸੀਂ ਆਪਣੇ ਗਲ ਦੇ ਵਿੱਚ ਢੋਲਕੀ ਪਾ ਕਰਕੇ ਤੇ ਇਹ ਬਾਣੀ 40 ਪੌੜੀਆਂ ਕੋਠੇ ਉੱਤੇ ਚੜ੍ਹ ਕਰਕੇ ਇਹਨਾਂ ਦਾ ਕੀਰਤਨ ਕਰੋ। ਮਹਾਰਾਜ ਸਾਹਿਬ ਜੀ ਨੇ ਜੋ ਇਹ ਪਵਿੱਤਰ ਬਾਣੀ ਆਪਣੀ ਰਸਨਾ ਤੋਂ ਉਚਾਰਨ ਕੀਤੀ, ਫਿਰ ਲਿਖਵਾਈ, ਔਰ ਬਾਬਾ ਮੋਹਨ ਜੀ ਜੋ ਸਤਿਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਸਨ, ਉਹਨਾਂ ਦੇ ਪੁੱਤਰ ਸਨ ਸਾਧ ਸੰਗਤ ਜੀ ਬਾਬਾ ਸੰਸਰਾਮ ਜੀ। ਬਾਬਾ ਮੋਹਨ ਜੀ ਦੇ ਸੁਪੁੱਤਰ ਬਾਬਾ ਸੰਸਰਾਮ ਜੀ ਗੁਰੂ ਅਮਰਦਾਸ ਸਾਹਿਬ ਜੀ ਦੇ ਪੋਤਰੇ, ਉਹ ਬਾਣੀ ਲਿਖਣ ਦੀ ਸੇਵਾ ਕਰਿਆ ਕਰਦੇ ਸਨ। ਜਿੰਨੀ ਬਾਣੀ ਤੀਜੇ ਪਾਤਸ਼ਾਹੀ ਨੇ ਉਚਾਰਨ ਕਰਨੀ ਤੇ ਬਾਬੇ ਸੰਸਰਾਮ ਨੇ ਲਿਖਣ ਦੀ ਸੇਵਾ ਕਰਨੀ, ਮਹਾਰਾਜ ਦੇ ਪੋਤਰੇ ਨੇ। ਤਾਂ ਇਹ ਬਾਣੀ 40 ਪੌੜੀਆਂ ਜਦੋਂ ਮਹਾਰਾਜ ਨੇ ਲਿਖਵਾਈ ਤੇ ਫਿਰ ਭਾਈ ਬੱਲੂ ਨੂੰ ਆਖਿਆ ਵੀ ਇਹ ਹੁਣ ਇਸ ਖੁਸ਼ੀ ਦੇ ਵਿੱਚ ਜੋ ਸਾਡੇ ਘਰੇ ਇਹ ਪੋਤਰਾ ਜਨਮਿਆ ਹੈ, ਭਾਈ ਬੱਲੂ ਕੋਠੇ ਤੇ ਚੜ ਜਾਓ, ਗਲ ਵਿੱਚ ਢੋਲਕੀ ਪਾ ਲਓ ਤੇ ਢੋਲਕੀ ਵਜਾ ਕੇ 40 ਪੌੜੀਆਂ ਆਨੰਦ ਸਾਹਿਬ ਦਾ ਪਾਠ ਇਹ ਕੀਰਤਨ ਰੂਪ ਦੇ ਵਿੱਚ ਸਾਰਿਆਂ ਨੂੰ ਸੁਣਾਓ। ਉਹਨਾਂ ਦਿਨਾਂ ਦੇ ਵਿੱਚ ਆ ਮਾਈਕ ਨਹੀਂ ਸੀ ਹੁੰਦੇ, ਸਪੀਕਰ ਨਹੀਂ ਸੀ ਹੁੰਦੇ, ਨਹੀਂ ਤੇ ਮਹਾਰਾਜ ਨੇ ਕਹਿਣਾ ਸੀ ਵੀ ਸਪੀਕਰ ਦੇ ਵਿੱਚ ਕੀਰਤਨ ਕਰੋ, ਮਾਈਕ ਦੇ ਵਿੱਚ ਕੀਰਤਨ ਕਰੋ। ਇਤਿਹਾਸ ਵਿੱਚ ਲਿਖਿਆ ਫਿਰ ਭਾਈ ਬੱਲੂ ਨੇ ਗਲ ਵਿੱਚ ਢੋਲਕੀ ਪਾ ਕੇ ਤੇ ਕੋਠੇ ਉੱਤੇ ਚੜ੍ਹ ਕਰਕੇ ਇਹ 40 ਪੌੜੀਆਂ ਆਨੰਦ ਸਾਹਿਬ ਦਾ ਕੀਰਤਨ ਕੀਤਾ ਸਾਧ ਸੰਗਤ ਜੀ। ਤੇ ਇਹ ਐਸੀ ਬਾਣੀ ਗੁਰੂ ਸਾਹਿਬ ਜੀ ਦੀ ਹੈ, ਆਨੰਦ ਦੇਣ ਵਾਲੀ ਸਤਿਗੁਰੂ ਜੀ ਦੀ ਬਾਣੀ। ਜਿਹੜਾ ਵੀ ਗੁਰਸਿੱਖ ਇਸ ਬਾਣੀ ਦਾ ਪਾਠ ਕਰਦਾ ਹੈ ਉਹਦੇ ਅੰਦਰੋਂ ਦਵੈਤ ਨਾਸ ਹੋ ਜਾਂਦੀ ਹੈ, ਦੁਬਿਧਾ ਨਾਸ ਹੋ ਜਾਂਦੀ ਹੈ, ਉਹਨੂੰ ਜੀਵਨ ਮੁਕਤੀ ਦਾ ਆਨੰਦ ਪ੍ਰਾਪਤ ਹੋ ਜਾਂਦਾ ਹੈ। ਮਨੁੱਖਾ ਜਨਮ ਧਾਰਨ ਦਾ ਇਹ ਜੀਵਨ ਦੇ ਵਿੱਚ ਆਨੰਦ ਪ੍ਰਾਪਤ ਹੋ ਜਾਂਦਾ ਹੈ, ਉਹਦਾ ਧਾਰਿਆ ਹੋਇਆ ਮਨੁੱਖਾ ਜਨਮ ਸਫਲਾ ਹੋ ਜਾਂਦਾ ਹੈ। ਉਂਝ ਤਾਂ ਸਾਧ ਸੰਗਤ ਜੀ ਇੱਕ ਇੱਕ ਅੱਖਰ ਮਹਾਰਾਜ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦਾ ਆਨੰਦ ਦਾ ਦਾਤਾ ਹੈ, ਮੁਕਤੀ ਦਾ ਦਾਤਾ ਹੈ। ਇੱਕ ਇੱਕ ਅੱਖਰ ਦੀ ਮਹਿਮਾ ਨਹੀਂ ਬਿਆਨੀ ਜਾ ਸਕਦੀ, ਪਰ ਇਸ ਬਾਣੀ ਦੇ ਉਥਾਨਕਾ ਦੇ ਵਿੱਚ, ਇਸ ਬਾਣੀ ਦੇ ਇਤਿਹਾਸ ਦੇ ਵਿੱਚ ਇਹ ਬਚਨ ਲਿਖੇ ਹਨ ਕਿ ਮਹਾਰਾਜ ਸਾਹਿਬ ਜੀ ਨੇ ਬਚਨ ਕੀਤਾ ਜਿਹੜਾ ਇਹ 40 ਪੌੜੀਆਂ ਆਨੰਦ ਸਾਹਿਬ ਦਾ ਪਾਠ ਕਰੇਗਾ ਉਹਨੂੰ ਆਨੰਦ ਦੀ ਪ੍ਰਾਪਤੀ ਹੋਵੇਗੀ, ਉਹਨੂੰ ਖੁਸ਼ੀਆਂ ਦੀ ਪ੍ਰਾਪਤੀ ਹੋਵੇਗੀ। ਤੇ ਇਹ ਖੁਸ਼ੀ ਉਹ ਨਹੀਂ ਜਿਹੜੀ ਗਮੀ ਵਿੱਚ ਤਬਦੀਲ ਹੁੰਦੀ ਹੈ, ਇਹ ਰੂਹਾਨੀ ਖੁਸ਼ੀ, ਰੂਹਾਨੀ ਖੇੜਾ, ਇਹ ਆਤਮ ਵਿਕਾਸ, ਇਹ ਪਰਮਾਰਥ ਦੀ ਖੁਸ਼ੀ ਜਿਹੜੀ ਹੈ, ਪਰਮਾਰਥ ਦਾ ਖੇੜਾ ਜੇ ਹੈ ਉਹ ਪ੍ਰਾਪਤ ਹੋਵੇਗਾ। ਜਿਹੜੀ ਗੁਰਮਤ ਦੇ ਰਾਹੀਂ ਵਿਕਾਸ ਪ੍ਰਾਪਤ ਹੁੰਦਾ ਹੈ, ਖੇੜਾ ਪ੍ਰਾਪਤ ਹੁੰਦਾ ਹੈ, ਗੁਰੂ ਦੀ ਮੱਤ ਦੁਆਰਾ ਜੋ ਭਾਣੇ ਨੂੰ ਮੰਨ ਕਰਕੇ ਜਿਹੜੀ ਖੁਸ਼ੀ ਪ੍ਰਾਪਤ ਹੁੰਦੀ ਹੈ ਉਹ ਜੀਵਨ ਮੁਕਤੀ ਦਾ ਆਨੰਦ ਪ੍ਰਾਪਤ ਹੋਵੇਗਾ। ਤੇ ਸਤਿਗੁਰੂ ਜੀ ਜਿਵੇਂ ਬਖਸ਼ਿਸ਼ ਕਰਦੇ ਹਨ, ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ। ਰਾਮ ਕਲੀ ਰਾਗ ਹੈ ਸਾਧ ਸੰਗਤ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦਾ ਇਹ 18ਵਾਂ ਰਾਗ ਹੈ। ਮਹੱਲਾ ਤੀਜਾ। ਤੀਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਉਚਾਰਨ ਕਰਦੇ ਹਨ। ਜਿਨ੍ਹਾਂ ਸਤਿਗੁਰਾਂ ਦਾ ਪਾਵਨ ਪ੍ਰਕਾਸ਼
ਬਾਸਰ ਕੇ ਨਗਰ ਦੇ ਵਿੱਚ ਹੋਇਆ ਸਾਧ ਸੰਗਤ ਜੀ। ਬਚਪਨ ਦਾ ਸਮਾਂ, ਜਵਾਨੀ ਦਾ ਸਮਾਂ ਤੇ ਬਿਰਧ ਅਵਸਥਾ ਦਾ ਸਮਾਂ ਵੀ ਬਹੁਤਾ ਆਪ ਜੀ ਦਾ ਬਾਸਰ ਕੇ ਨਗਰ ਦੇ ਵਿੱਚ ਹੀ ਬਤੀਤ ਹੋਇਆ। ਔਰ ਬਾਸਰ ਕੇ ਨਗਰ ਦੇ ਵਿੱਚੋਂ ਹੀ ਆਪ ਜੀ ਬੀਬੀ ਅਮਰੋ ਜੀ ਦਾ ਸੰਗ ਕਰਕੇ, ਜੋ ਆਪ ਜੀ ਦੇ ਭਰਾਤਾ ਦੇ ਪੁੱਤਰ ਦੇ ਨਾਲ ਵਿਆਹੇ ਹੋਏ ਸਨ, ਬੀਬੀ ਅਮਰੋ ਜੀ, ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਸੁਪੁੱਤਰੀ ਬੀਬੀ ਅਮਰੋ ਜੀ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਸਕੇ ਭਤੀਜੇ ਨਾਲ ਵਿਆਹੇ ਹੋਏ ਸਨ। ਉਹਨਾਂ ਦਾ ਸੰਗ ਕਰਕੇ ਆਪ ਜੀ ਖਡੂਰ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਆਉਂਦੇ ਹਨ। ਬੀਬੀ ਅਮਰੋ ਜੀ ਦੀ ਰਸਨਾ ਤੋਂ ਅੰਮ੍ਰਿਤ ਵੇਲੇ ਬਾਣੀ ਸੁਣ ਕਰਕੇ ਦੁੱਧ ਰਿੜਕਦਿਆਂ ਹੋਇਆ ਜਦੋਂ ਬੀਬੀ ਅਮਰੋ ਜੀ ਨੇ ਗੁਰਬਾਣੀ ਦੇ ਸ਼ਬਦ ਗਾਇਨ ਕੀਤੇ ਸੀ, ਉਹਨਾਂ ਨੂੰ ਸੁਣ ਕਰਕੇ ਪੁੱਛਿਆ ਸੀ ਕਿ ਪੁੱਤਰੀ ਇਹ ਕਿਹਨਾਂ ਦੀ ਬਾਣੀ ਹੈ? ਦੱਸਿਆ ਸੀ ਇਹ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੀ ਬਾਣੀ ਹੈ। ਉਹਨਾਂ ਸਤਿਗੁਰਾਂ ਦੇ ਦਰਸ਼ਨ ਪ੍ਰਾਪਤ ਹੋ ਸਕਦੇ ਹਨ? ਆਖਿਆ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਤੇ ਸੱਚਖੰਡ ਪਿਆਨਾ ਕਰ ਗਏ, ਪਰ ਆਪਣੀ ਗੁਰਤਾ ਗੱਦੀ, ਆਪਣਾ ਤਖਤ ਮੇਰੇ ਪਿਤਾ ਜੀ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਬਖਸ਼ ਕਰਕੇ ਗਏ ਹਨ। ਉਸ ਵੇਲੇ ਫਿਰ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਆਏ, ਬਿਰਧ ਅਵਸਥਾ ਦੇ ਵਿੱਚ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਪਹਿਲਾਂ ਵੀ ਕਈ ਵਾਰੀ ਆਏ ਸੀ ਰਿਸ਼ਤੇਦਾਰੀ ਦੇ ਸੰਬੰਧ ਦੇ ਵਿੱਚ, ਕਿਉਂਕਿ ਮਹਾਰਾਜ ਸਾਹਿਬ ਜੀ ਦੇ ਜੋ ਭਰਾ ਹਨ ਉਹ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਕੁੜਮ ਹਨ, ਤੇ ਉਹਨਾਂ ਦੇ ਨਾਲ ਆਏ ਪਹਿਲਾਂ। ਪਰ ਉਸ ਵੇਲੇ ਬੀਬੀ ਅਮਰੋ ਜੀ ਦੇ ਰਾਹੀਂ ਆਪ ਜੀ ਸਿੱਖ ਬਣਨ ਵਾਸਤੇ, ਸੇਵਕ ਬਣਨ ਵਾਸਤੇ ਆਏ। ਤੇ ਸਰੀਰ ਕਾਰਬਲਾ ਦਾ 25 ਸਾਲਾਂ ਦਾ ਸਾਧ ਸੰਗਤ ਜੀ ਫਰਕ ਹੈ। ਜਦੋਂ ਆਪਾਂ ਤਰੀਕ ਵੇਖਦੇ ਹਾਂ, ਸਰੀਰਕ ਉਮਰ ਦੇ ਵਿੱਚ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ 25 ਸਾਲ ਛੋਟੇ ਆ, ਤੇ ਗੁਰੂ ਅਮਰਦਾਸ ਸਾਹਿਬ ਜੀ ਦੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਨਾਲੋਂ 25 ਸਾਲ ਉਮਰ ਵੱਡੀ ਹੈ। ਕਿਉਂਕਿ ਆਪ ਜੀ ਦਾ ਪ੍ਰਕਾਸ਼ 1536 ਬਿਕਰਮੀ ਸੰਮਤ ਨੂੰ ਹੋਇਆ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ, ਤੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ 1561 ਦੇ ਵਿੱਚ ਪ੍ਰਗਟ ਹੁੰਦੇ ਹਨ। 25 ਸਾਲਾਂ ਦਾ ਫਰਕ ਹੈ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਨਾਲੋਂ 10 ਸਾਲ ਬਾਅਦ ਤੀਜੇ ਪਾਤਸ਼ਾਹੀ ਦਾ ਪ੍ਰਕਾਸ਼ ਹੋਇਆ ਸਾਧ ਸੰਗਤ ਜੀ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ 1526 ਬਿਕਰਮੀ ਨੂੰ ਹੋਇਆ ਹੈ, ਤੇ 1469 ਈਸਵੀ ਨੂੰ, ਤੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਹਿਬ 1536 ਤੇ 1479 ਈਸਵੀ ਨੂੰ ਪ੍ਰਗਟ ਹੁੰਦੇ। ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨਾਲੋਂ ਸਰੀਰਕ ਉਮਰ ਦੇ ਵਿੱਚ 25 ਸਾਲ ਸਰੀਰ ਕਾਰਬਲਾ ਆਪ ਜੀ ਦੀ ਵਡੇਰੀ ਹੈ। ਜਦੋਂ ਖਡੂਰ ਸਾਹਿਬ ਦੇ ਵਿੱਚ ਮਿਲਾਪ ਹੁੰਦਾ ਹੈ ਤੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਇੱਕ ਖੇਸ ਲੈ ਕੇ ਉੱਤੇ 5 ਪੈਸੇ ਰੱਖ ਕਰਕੇ ਕਿ ਮੇਰੇ ਕੁੜਮ ਦੇ ਭਰਾ ਆਏ ਹਨ, ਇਸ ਕਰਕੇ ਰਿਸ਼ਤੇਦਾਰੀ ਕੁੜਮਾਚਾਰੀ ਦੀ ਬਣਦੀ ਹੈ। ਤੇ ਆਪ ਜੀ ਭਾਵਨਾ ਦੇ ਨਾਲ ਮਿਲਣ ਲੱਗੇ ਸੰਸਾਰੀ ਰਿਸ਼ਤੇਦਾਰੀ ਵਜੋਂ। ਤੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਬੇਨਤੀ ਕੀਤੀ ਵੀ ਸਤਿਗੁਰੂ ਜੀ, ਮੈਂ ਕੁੜਮ ਬਣ ਕੇ ਨਹੀਂ ਆਇਆ ਹਾਂ, ਰਿਸ਼ਤੇਦਾਰ ਬਣ ਕੇ ਨਹੀਂ ਆਇਆ ਹਾਂ, ਕਿਰਪਾ ਕਰਕੇ ਮੈਨੂੰ ਆਪਣਾ ਸੇਵਾਦਾਰ ਬਣਾ ਲਓ, ਮੈਨੂੰ ਆਪਣਾ ਸਿੱਖ ਬਣਾ ਲਓ। ਤੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੇ ਚਰਨਾਂ ਤੇ ਢਹਿ ਪਏ। ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਦੋਹਾਂ ਮੋਢਿਆਂ ਤੋਂ ਫੜਿਆ, ਉੱਪਰ ਉਠਾਇਆ ਤੇ ਘੁੱਟ ਕੇ ਛਾਤੀ ਨਾਲ ਲਾਇਆ, ਗਲ ਵਕੜੀ ਵਿੱਚ ਲਿਆ। ਧੰਨ ਸ੍ਰੀ ਅਮਰਦਾਸ ਸਾਹਿਬ ਜੀ ਮਹਾਰਾਜ ਫਿਰ ਆਪਣੀ ਸੇਵਾ ਬਖਸ਼ਿਸ਼ ਕੀਤੀ, ਗੁਰੂ ਘਰ ਦੀ ਸੇਵਾ। ਇਹਦੇ ਵਿੱਚੋਂ ਸਾਨੂੰ ਵੀ ਇਹ ਸਿੱਖਿਆ ਮਿਲਦੀ ਹੈ ਗੁਰੂ ਕੀ ਸੰਗਤ ਜੀ, ਵੀ ਜਦੋਂ ਗੁਰੂ ਕੇ ਦਰਬਾਰ ਵਿੱਚ ਆਈਏ ਉਦੋਂ ਰਿਸ਼ਤੇਦਾਰ ਬਣ ਕੇ ਨਾ ਆਈਏ, ਉਦੋਂ ਕੋਈ ਅਹੁਦੇਦਾਰ ਬਣ ਕੇ ਨਾ ਆਈਏ। ਸੰਸਾਰੀ ਅਹੁਦੇ, ਮੁਰਾਤਬੇ, ਸੰਸਾਰੀ ਰਿਸ਼ਤੇਦਾਰੀਆਂ ਇਹ ਗੁਰੂ ਘਰ ਤੋਂ ਬਾਹਰ ਛੱਡ ਕੇ ਤੇ ਇੱਥੇ ਨਿਮਾਣੇ ਸਿੱਖ ਬਣ ਕੇ ਆਈਏ।
इत्थे गुरु के सिख ते गुरु के सेवादार बन के आईए। फिर निमाणियां नूं इत्थों मान मिलदा है, निताणियां नूं इत्थों ताण मिलदा है, निओटियां नूं इत्थों ओट ते आसरा मिलदा है। गरीब नवाज सतगुरु साहब जी ने फिर सेवा बख्शी, आख्या पुरखाओ गागर चुक लो ते ब्यास दरिया दे विचों जल लैके आया करो ते साडा इशनान कराओ। फिर गागर चुकी ते 12 साल बिरध अवस्था है महाराज साहब जी दी। बजुर्ग अवस्था दे विच 12 साल ब्यास दरिया दे विचों जल भर के लियाउणा ते धन श्री गुरु अंगद देव साहब महाराज जी दे सवा पैर दे तड़के इशनान विच हाजिर हो जाना, इशनान कराउणा। 12 साल गुरु अंगद देव साहब महाराज दे इशनान कराउण दी सेवा धन गुरु अमरदास साहब महाराज ने कीती। भावें गर्मी दी रुत, भावें सर्दी दी रुत, हाड़ सियाल, आपो माघ दे दिन भी आए ते जेठ हाड़ दी गर्मी भी लंघी 12 सालां दे विच। मींह भी पिया कई वारी, हनेरियां भी चलियां कई वारी, पर आप जी ने सेवा च फर्क नहीं पैण दिता। झखड़ वाओ ना डोलई परबत मेहरान, ऐसे धन गुरु अमरदास साहब जी महाराज। जिथे बाहरी तौर ते मींह झखड़ हनेरियां झुले, उथे कईयां ने तानियां मेहणियां दियां भी बड़ियां हनेरियां चलाइयां। किसी ने महाराज दा अद्धा नाम लै करके निथावां कहना, असीं ते ओह महाराज दा नाम लैंदे फबदे ही नहीं ना। गुरु के सत्कार विच गुरु का सिख किवें गुरु साहब दा अद्धा नाम लै सकदा है? पर लोकां ने महाराज दा अद्धा नाम लै करके भी खडूर साहब दे विच कईयां ने कहना इह ते निथावां है, ਇਹ ਤਾਂ ਆਪਣੇ ਕੁੜਮਾਂ ਦੇ ਘਰ ਹੀ ਰਹਿੰਦਾ ਹੈ, ਕੁੜਮਾਂ ਦੇ ਟੁੱਕਰ ਖਾਂਦਾ ਹੈ। ਕਿਸੇ ਨੇ ਆਖਿਆ ਇਹਦੇ ਬੱਚੇ ਨਹੀਂ ਇਹਨੂੰ ਸਾਂਭਦੇ ਹੋਣੇ, ਤਾਂ ਕੁੜਮਾਂ ਕੋਲੇ ਰਹਿੰਦਾ ਹੈ। ਤਾਂ ਹੀ ਗਰੀਬ ਨਵਾਜ ਸਾਹਿਬ ਜੀ ਨੇ ਆਖਿਆ ਵੀ ਗੁਰੂ ਕੀ ਸੇਵਾ ਕਰਨੀ ਜਿਹੜੀ ਹੈ ਇਹ ਸੌਖੀ ਨਹੀਂ, ਇਹ ਗਾਖੜੀ ਹੈ। ਜਿੱਥੇ ਮਸਕਤ ਤੇ ਹੈ ਹੀ ਉਥੇ ਲੋਕਾਂ ਦੇ ਤਾਨੇ ਮਿਹਣੇ ਵੀ ਬੜੇ ਸੁਣਨੇ ਪੈਂਦੇ ਆ। ਇਸ ਮਾਰਗ ਤੇ ਚੱਲਦਿਆਂ ਹੋਇਆ सतगुर की सेवा गाखड़ी सिर दीजै आप गवाए। ये गाखड़ी है, औखी है, कठिन है। गुरु की सेवा इत्थे अपना सिर देना पैंदा है। पर नहीं किसी प्रकार के तानिया मेहणिया की परवाह की ते अखीर 12 साल की सेवा तो रीझ के खुश होके गुरु अंगद देव साहब जी ने 1597 ਵਿੱਚ ਮਹਾਰਾਜ ਦੀ ਸ਼ਰਨ ਵਿੱਚ ਆਏ ਸੀ। 12 ਸਾਲ ਦੀ ਸੇਵਾ ਤੋਂ ਬਾਅਦ 1609 ਬਿਕਰਮੀ ਸੰਮਤ ਨੂੰ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਗੁਰਿਆਈ ਦਾ ਤਖਤ ਬਖਸ਼ਿਆ। ਆਖਿਆ ਪੁਰਖਾ 12 ਵਰੇ ਤੁਸੀਂ ਸਾਡਾ ਇਸ਼ਨਾਨ ਕਰਵਾਇਆ ਹੈ ਤੇ ਅੱਜ ਅਸੀਂ ਤੁਹਾਡਾ ਇਸ਼ਨਾਨ ਕਰਵਾਉਣੇ ਹਾਂ। ਮਹਾਰਾਜ ਗੁਰੂ ਅੰਗਦ ਸਾਹਿਬ ਜੀ ਨੇ ਆਪ ਜੀ ਦਾ ਇਸ਼ਨਾਨ ਕਰਵਾਇਆ। ਲੰਮਾ ਇਤਿਹਾਸ ਹੈ। महाराज के बचना के नाल जुलाए दे घर वाली जुलाई झली भी हो गई सी, पागल भी हो गई सी। फिर उन्होंने महाराज साहब गुरु अंगद साहब जी की शरण में लैके आया सी। दिन चढ़े तो जी तुहाडे सेवादार ने बचन कर दिता सी, मेरे घर वाली झली हो गई। रात जदों मींह पैंदा सी जल लैके आउंदे सी, खड्डी विच पैर पै के डिग पए सी। मैं पुछया सी खड़का काहदा होया? घर वाली ने इस तरह आख्या अद्धा क नाम लैके ओही होना जिन्नू थां कोई नहीं, ਉਹੀ ਹੋਣਾ ਜਿਹੜਾ ਦਿਨੇ ਰਾਤ ਇੱਧਰ ਉੱਧਰ ਤੁਰਿਆ ਫਿਰਦਾ ਹੈ। ਤੇ ਮਹਾਰਾਜ ਨੇ ਬਚਨ ਕਰ ਦਿੱਤਾ ਸੀ ਵੀ ਝੱਲੀਏ ਜਿਹਨੂੰ ਗੁਰੂ ਅੰਗਦ ਸਾਹਿਬ ਜੀ ਦੇ ਚਰਨ ਸ਼ਰਨ ਵਿੱਚ ਥਾਂ ਮਿਲ ਜਾਵੇ ਇਦੋਂ ਵੱਡੀ ਤੇ ਥਾਂ ਹੀ ਕੋਈ ਨਹੀਂ ਹੈ। ਮੈਨੂੰ ਤੇ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਥਾਂ ਮਿਲੀ ਹੈ ਝੱਲੀਏ, ਤੂੰ ਕਹਿੰਦੀ ਇਹ ਥਾਂ ਕੋਈ ਨਹੀਂ। ਉਹ ਜਦੋਂ ਝੱਲੀਏ ਕਹਿ ਦਿੱਤਾ ਸੀ ਨਾਲ ਹੀ ਝੱਲੀ ਹੋ ਗਈ ਸੀ ਉਹ। फिर वो जुलाहे ने लैके आनी गुरु अंगद साहब जी के चरणों पास, महाराज ने दृष्टि पा के वह झल पुणा दूर करना। फिर गरीब नवाज ने उस परिवार नूं अपने कोलों पैसे देने ते जिथे महाराज डिगे सी ना वो किले नाल लड़ के वो थां ही खरीद लिया सी सतगुरु जी। ते गुरु अंगद देव साहब महाराज ने आख्या सी जदों असीं शरीर त्यागीए ते साडे शरीर दा संस्कार उत्थे करना जिथे साडा सेवादार जल लिआउंदिआं होइआं डिग्गिआ। उस इलाके विच उस गुरुद्वारे साहब नूं इसे करके खड्डी साहब भी कहा जाता, खडूर साहब खड्डी साहब। जुलाई की खड्डी हुंदी सी ना उत्थे किले नाल लड़ के महाराज डिगे सी। ते फिर दूसरा नाम उस स्थान का है गुरुद्वारा अंगीठा साहिब।
क्योंकि धन गुरु अंगद देव साहब महाराज के पवित्र शरीर का संस्कार उत्थे होया है। गरीब नवाज गुरु अंगद देव साहब जी ने फिर आख्या पुरखा असीं इशनान कराउने आ तुहाडा, आप इशनान करवाया। ते एक साल बाद एक सिरोपाओ महाराज देंदे हुंदे सी, 12 ही सिरोपाओ सीस दे उत्ते सोभनीक सन। 12 सालां दी सेवा विच 12 सिरोपाओ गुरु अंगद साहब जी ने आप जी नूं दित्ते सन। ये सिरोपाओ की बहुत वड्डी महानता है। ये सेवादार नूं मिलदी दात, गुरु घर की सेवा करन वाले। ते महाराज साहब जी ने जिथे गुरियाई का तख्त बख्शिया, बाबा बुढ़ा साहब जी तो गुरियाई का तिलक लवाया, उत्थे 12 ही बख्शिशां कीतियां। लोग कहते सी निमाणा निताणा, ते महाराज ने आख्या गुरु अमरदास साहब निमाणियां दे मान, गुरु अमरदास साहब निताणियां दे ताण। जिन्हां नूं किते मान नहीं मिलेगा उन्हां नूं गुरु अमरदास साहब मान देणगे, जिन्हां नूं किते ताण नहीं मिलेगा उन्हां नूं ताण गुरु अमरदास साहब जी देणगे। गुरु अमरदास साहब निमाणियां दे मान, निताणियां दे ताण, निओटियां दी ओट, निआसरियां दे आसरे, निधिरियां दी धिर, निगद्दियां दी गद्द, निपत्तियां दी पत्त, भन्नण घड़न समरथ, रिजक दी कुंजी तेरे हत्थ। पुरखा जी तुसी धन हो। ये वरदान दिते धन श्री गुरु अंगद देव साहब महाराज ने। गुरियाई दे तख्त ते सोभनीक होण तो 3 साल पहला गुरु अंगद देव साहब महाराज जी की आग्या दे नाल 1606 बिक्रमी संमत नूं भाई गोंदे मरवाए दे बेनती करन तो गुरु अंगद देव साहब जी दे बचनां दे नाल गुरु अमरदास साहब महाराज ने ब्यास दरिया दे कंढे दे उत्ते नगर वसाया सी, जिस दा नाम भाई गोंदे दे नाम उत्ते रखिया सी गोइंदवाल। बाद विच संगतां भावना दे नाल श्री गोइंदवाल साहिब कहण लगियां। गुरु अंगद देव साहब महाराज ने गुरियाई दे के 1609 बिक्रमी संमत नूं आख्या पुरखा हुण श्री गोइंदवाल साहब की धरती ते चले जाओ। फिर 1609 तो लैके साध संगत जी 1631 बिक्रमी संमत तक श्री गोइंदवाल साहब की नगरी दे विच रह के गुरु अमरदास साहब जी ने गुरियाई की, जीवां नूं दर्शन दे करके उपदेश दे करके निहाल किया। बौली साहब वर्गे महान तीर्थ की रचना की, 84 कट्टण वाले 84 पौड़ियां रचियां, वचन भी किया जिहड़ा एक एक पौड़ी दे उत्ते बैठ के पहला एक इशनान करे, एक पौड़ी ते बैठ के एक जपजी साहब का पाठ करे। 84 इशनान करदे 84 पौड़ियां ते बैठ के जिहड़ा 84 जपजी साहब दे पाठ करेगा, भावना दे नाल ओहदी 84 लख जून कट्टी जावेगी। ये वरदान दिता धन श्री गुरु अमरदास साहब महाराज ने श्री बौली साहब तीर्थ नूं। तो ऐसे सतगुरु अमरदास साहब महाराज जिन्हां दे गुण, जिन्हां दी महिमा बयान ही नहीं की जा सकती। जिवें भट्ट साहबाना ने आख्या है, भले अमरदास गुण तेरे, तेरी उपमा तोहे बण आवे। ऐसे सतगुरु अमरदास साहब जी महाराज रामकली महला तीजा, रामकली राग दे अंदर तीजे पातशाह महाराज उचारण करते हैं आनंद। आनंद साध संगत जी इस बाणी का नाम है। रामकली राग है, गुरु अमरदास साहब जी की उचारण की हुई बाणी है, इसका नाम है आनंद। ते असीं भावना नाल कहिंदे हां श्री आनंद साहिब, कहना भी इस तरह चाहिए। जिवें पहली बाणी है गुरु साहब जी की उचारण की, उस बाणी का नाम है जप। तत्करे विच लिखिया है जप निशान, ते असीं भावना नाल कहिंदे हां जपजी साहिब। बाणी का नाम जप ही है, पर संगत सत्कार नाल जी ते साहिब नाल लाउंदी है, लाउणा भी जरूर चाहिए जपजी साहिब। इसे तरह नितनेम की दूजी बाणी का नाम है जाप, ते असीं कहिंदे हां श्री जाप साहिब। इसे तरह इस बाणी का नाम है आनंद, ते भावना नाल सत्कार दे नाल असीं कहिंदे हां श्री आनंद साहिब। और साध संगत जी जिथे धन श्री गुरु अमरदास साहब महाराज ने यह बाणी उचारण की, इस बाणी का रोज पाठ करने वास्ते गुरसिखां नूं महाराज साहब जी ने आग्या की। गुरु अमरदास साहब जी आख्या भी रोज इस बाणी का नितनेम किया जाए। आनंद साहिब बाणी का 40 पौड़ियां
ਤੇ ਆਨੰਦ ਦੀ ਪ੍ਰਾਪਤੀ ਹੋਵੇ। ਫਿਰ ਮਹਾਰਾਜ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਨੇ ਇਹ ਵੀ ਬਚਨ ਕੀਤਾ ਵੀ ਹਰੇਕ ਮੰਗਲ ਦੇ ਵਿੱਚ, ਹਰੇਕ ਖੁਸ਼ੀ ਦੇ ਮੌਕੇ ਦੇ ਵਿੱਚ, ਹਰੇਕ ਸਮੇਂ ਦੇ ਵਿੱਚ ਇਸ ਬਾਣੀ ਦਾ ਪਾਠ ਕੀਤਾ ਜਾਵੇ, ਆਨੰਦ ਸਾਹਿਬ ਬਾਣੀ ਦਾ। ਤੇ ਸਤਿਗੁਰੂ ਜੀ ਨੇ ਜਦੋਂ ਇਹ ਬਾਣੀ ਉਚਾਰਨ ਕੀਤੀ ਨਾ ਆਨੰਦ ਸਾਹਿਬ ਦੀ, ਉਸ ਤੋਂ ਮਗਰੋਂ ਕਈ ਆਨੰਦ ਕਾਰਜ ਵੀ ਇਹ ਬਾਣੀ ਪੜ੍ਹ ਕੇ ਸਤਿਗੁਰੂ ਜੀ ਨੇ ਆਪਣੀ ਹਜ਼ੂਰੀ ਵਿੱਚ ਕੀਤੇ। ਕਈਆਂ ਗੁਰਸਿੱਖਾਂ ਦੇ ਆਨੰਦ ਕਾਰਜ ਇਹ ਬਾਣੀ ਪੜ੍ਹ ਕੇ ਸਤਿਗੁਰੂ ਜੀ ਨੇ ਕੀਤੇ, ਕਿਉਂਕਿ ਲਾਵਾਂ ਦਾ ਪਾਠ ਤੇ ਚੌਥੇ ਸਰੂਪ ਵਿੱਚ ਉਚਾਰਨ ਕੀਤਾ ਨਾ। ਜੋ 4 ਲਾਵਾਂ ਹਨ ਜੋ ਪੜ੍ਹ ਕੇ ਅੱਜ ਕੱਲ੍ਹ ਆਨੰਦ ਕਾਰਜ ਹੁੰਦਾ ਹੈ, ਵਿਆਹ ਹੁੰਦਾ ਹੈ, ਉਹ ਤਾਂ ਸੋਢੀ ਸੁਲਤਾਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਉਚਾਰਨ ਕੀਤੀਆਂ। ਪਰ ਤੀਜੇ ਪਾਤਸ਼ਾਹ ਜੀ ਨੇ ਆਪਣੀ ਮੌਜੂਦਗੀ ਦੇ ਵਿੱਚ ਆਨੰਦ ਸਾਹਿਬ ਦੀ ਬਾਣੀ ਪੜ੍ਹ ਕੇ ਕਈਆਂ ਗੁਰਸਿੱਖਾਂ ਦੇ ਆਨੰਦ ਕਾਰਜ ਕੀਤੇ। ਤੇ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਨੇ ਇਸ ਬਾਣੀ ਦੀ ਮਹਾਨ ਹੀ ਮਹਾਨਤਾ ਦਰਸਾਈ ਹੈ। ਫਿਰ ਗਰੀਬ ਨਵਾਜ ਨੇ ਇਹ ਵੀ ਬਚਨ ਕੀਤਾ ਵੀ ਜਦੋਂ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਹੋਵੇ ਤੇ ਉਸ ਮੌਕੇ ਦੇ ਉੱਤੇ ਇਹ 40 ਪੌੜੀਆਂ ਆਨੰਦ ਸਾਹਿਬ ਦਾ ਪਾਠ ਕੀਤਾ ਜਾਵੇ। ਔਰ ਗੁਰਸਿੱਖ ਕਰਦੇ ਹਨ ਭਾਵਨਾ ਵਾਲੇ, ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਤੇ ਇਸ ਬਾਣੀ ਦਾ ਪਾਠ ਕੀਤਾ ਜਾਂਦਾ ਹੈ। ਇਹ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਆਗਿਆ। ਫਿਰ ਸਮੇਂ ਦੇ ਨਾਲ ਸਤਿਗੁਰੂ ਗਰੀਬ ਨਵਾਜ ਸਾਹਿਬ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਦੀ ਸਾਜਨਾ ਕੀਤੀ ਤੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ। ਤੇ ਉਸ ਵੇਲੇ ਵੀ 5ਵੇਂ ਨੰਬਰ ਦੇ ਉੱਤੇ ਇਸ ਬਾਣੀ ਦਾ 40 ਪੌੜੀਆਂ ਆਨੰਦ ਸਾਹਿਬ ਦਾ ਪਾਠ ਕੀਤਾ। ਪਹਿਲਾਂ ਜਪਜੀ ਸਾਹਿਬ, ਫਿਰ ਜਾਪ ਸਾਹਿਬ, ਫਿਰ ਸਵਈਏ, ਫਿਰ ਚੌਪਈ ਸਾਹਿਬ ਸੰਪੂਰਨ ਸਾਰਾ, ਤੇ ਫਿਰ ਆਨੰਦ ਸਾਹਿਬ 40 ਪੌੜੀਆਂ। ਫਿਰ ਕਲਗੀਧਰ ਪਾਤਸ਼ਾਹ ਜੀ ਜਿੱਥੇ ਖਾਲਸੇ ਦੀ ਸਾਜਨਾ ਕਰਦਿਆਂ ਹੋਇਆਂ 5 ਬਾਣੀਆਂ ਦਾ ਪਾਠ ਕੀਤਾ ਤੇ ਆਨੰਦ ਸਾਹਿਬ ਨੂੰ ਵਿੱਚ ਰੱਖਿਆ। ਉਥੇ ਸਾਧ ਸੰਗਤ ਜੀ ਮਹਾਰਾਜ ਨੇ ਅੰਮ੍ਰਿਤ ਵੇਲੇ ਦਾ ਨਿਤਨੇਮ ਬਖਸ਼ਿਆ 5 ਬਾਣੀਆਂ। ਤੇ ਅੰਮ੍ਰਿਤ ਵੇਲੇ ਦੇ ਨਿਤਨੇਮ ਦੇ ਵਿੱਚ ਵੀ 5ਵੀਂ ਬਾਣੀ ਆਨੰਦ ਸਾਹਿਬ ਦੀ ਰੱਖੀ। ਪਹਿਲੀ ਜਪਜੀ ਸਾਹਿਬ, ਦੂਸਰਾ ਜਾਪ ਸਾਹਿਬ, ਤੀਸਰੇ ਸਵਈਏ 10, ਚੌਥੀ ਚੌਪਈ ਸਾਹਿਬ ਸੰਪੂਰਨ ਤੇ 5ਵੀਂ ਆਨੰਦ ਸਾਹਿਬ 40 ਪੌੜੀਆਂ। ਫਿਰ ਰਹਿਰਾ ਸਾਹਿਬ ਜੀ ਦਾ ਨਿਤਨੇਮ ਬਖਸ਼ਿਆ ਮਹਾਰਾਜ ਸਾਹਿਬ ਜੀ ਨੇ ਤੇ ਰਹਿਰਾ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੀ ਆਨੰਦ ਸਾਹਿਬ ਜੀ ਦੀਆਂ 6 ਪੌੜੀਆਂ ਰੱਖੀਆਂ, 5 ਆਰੰਭ ਵਾਲੀਆਂ ਤੇ ਇੱਕ ਅਖੀਰਲੀ 40ਵੀਂ ਪੌੜੀ ਜਿਹੜੀ ਹੈ ਉਹ 6ਵੇਂ ਥਾਂ ਤੇ ਰੱਖੀ ਵੀ ਇਹਨਾਂ 6 ਪੌੜੀਆਂ ਦਾ ਪਾਠ ਰਹਿਰਾ ਸਾਹਿਬ ਜੀ ਦੇ ਵਿੱਚ ਵੀ ਗੁਰਸਿੱਖ ਕਰਨ। ਤਾਂ ਇਹ ਫਿਰ ਮਰਿਆਦਾ ਗੁਰੂ ਸਾਹਿਬ ਜੀ ਨੇ ਦਿੱਤੀ ਕਿ ਹਰੇਕ ਮੌਕੇ ਦੇ ਉੱਤੇ ਆਨੰਦ ਸਾਹਿਬ ਦੀ ਬਾਣੀ ਦਾ ਪਾਠ ਕੀਤਾ ਜਾਵੇ। ਤਾਂ ਉਹ ਮਰਿਆਦਾ ਅੱਜ ਵੀ ਚੱਲਦੀ ਹੈ ਗੁਰੂ ਘਰ ਦੇ ਵਿੱਚ, ਗੁਰਸਿੱਖਾਂ ਦੇ ਘਰਾਂ ਦੇ ਵਿੱਚ। ਜੇ ਕਿਸੇ ਬੱਚੇ ਦਾ ਜਨਮ ਹੁੰਦਾ ਹੈ, ਉਹਦਾ ਨਾਮ ਰੱਖਣਾ ਹੈ, ਤੇ ਉਸ ਮੌਕੇ ਦੇ ਉੱਤੇ ਵੀ ਆਨੰਦ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ। ਪਹਿਲਾਂ ਹੋਰ ਬਾਣੀ ਜਿੰਨੀ ਵੀ ਕੋਈ ਗੁਰਸਿੱਖ ਪੜ੍ਹ ਸਕਦਾ ਹੈ ਉਹ ਪੜ੍ਹਦਾ ਹੈ, ਪਰ ਅਖੀਰ ਤੇ ਕੜਾਹ ਪ੍ਰਸ਼ਾਦ ਦੀ ਦੇਗ ਮੰਨ ਕੇ ਆਨੰਦ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ। ਫਿਰ ਬੱਚੇ ਦਾ ਵਿਦਿਆ ਸੰਸਕਾਰ ਕਰਨਾ ਹੈ, ਬੱਚੇ ਨੇ ਵਿਦਿਆ ਪੜ੍ਹਨ ਲੱਗਣਾ ਹੈ, ਗੁਰਮਤਿ ਦੀ ਵਿਦਿਆ, ਸੰਸਾਰੀ ਵਿਦਿਆ। ਫਿਰ ਅਰਦਾਸ ਬੇਨਤੀ ਹੁੰਦੀ ਹੈ, ਫਿਰ ਕੜਾਹ ਪ੍ਰਸ਼ਾਦ ਦੀ ਦੇਗ ਮੰਨ ਕੇ ਆਨੰਦ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ। ਫਿਰ ਬੱਚੇ ਬੱਚੀ ਦਾ ਆਨੰਦ ਕਾਰਜ ਹੈ ਤੇ ਉਸ ਮੌਕੇ ਦੇ ਉੱਤੇ ਵੀ ਆਨੰਦ ਸਾਹਿਬ ਦਾ ਪਾਠ ਦੇਗ ਤੇ ਪੜ੍ਹਿਆ ਜਾਂਦਾ ਹੈ। ਤੇ ਵਿਆਹ ਦਾ ਇਸੇ ਕਰਕੇ ਨਾਮ ਹੀ ਗੁਰਮਤਿ ਦੇ ਵਿੱਚ ਆਨੰਦ ਕਾਰਜ ਹੋ ਗਿਆ। ਉਹ ਇਸ ਆਨੰਦ ਬਾਣੀ ਤੋਂ ਹੀ ਫਿਰ ਆਨੰਦ ਕਾਰਜ ਨਾਮ ਪੈ ਗਿਆ। ਇਸੇ ਤਰ੍ਹਾਂ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰਦਾ ਹੈ, ਉਸ ਮੌਕੇ ਦੇ ਉੱਤੇ ਵੀ ਸਾਧ ਸੰਗਤ ਜੀ ਅਲਾਣੀਆਂ ਦਾ ਪਾਠ ਜਿੱਥੇ ਕੀਤਾ ਜਾਂਦਾ ਹੈ, ਕੀਰਤਨ ਸੋਹਿਲੇ ਦਾ ਪਾਠ ਜਿੱਥੇ ਕੀਤਾ ਜਾਂਦਾ ਹੈ, ਉੱਥੇ ਆਨੰਦ ਸਾਹਿਬ ਦੀ ਬਾਣੀ ਦਾ ਪਾਠ ਵੀ ਉਸ ਮੌਕੇ ਤੇ ਵੀ ਕੀਤਾ ਜਾਂਦਾ ਹੈ। ਬਲਕਿ ਹਰੇਕ ਸਮੇਂ ਦੇ ਉੱਤੇ ਆਨੰਦ ਦੇ ਨਾਲ ਜੋੜਿਆ ਗੁਰੂ ਸਾਹਿਬਾਂ ਨੇ ਸਾਨੂੰ ਕਿ ਗੁਰਸਿੱਖੋ ਤੁਸੀਂ ਆਨੰਦ ਦੀ ਬਾਣੀ ਪੜ੍ਹਨੀ ਹੈ, ਆਨੰਦ ਸਾਹਿਬ ਦੀ, ਤੇ ਹਰੇਕ ਮੌਕੇ ਦੇ ਵਿੱਚ ਆਨੰਦ ਵਿੱਚ ਰਹਿਣਾ ਹੈ। ਜਨਮ ਦੀ ਖੁਸ਼ੀ ਵਿੱਚ ਵੀ ਆਨੰਦ ਵਿੱਚ, ਮਰਨ ਦੇ ਮੌਕੇ ਦੇ ਵਿੱਚ ਵੀ ਆਨੰਦ ਦੇ ਵਿੱਚ, ਸਾਰਾ ਜੀਵਨ ਵੀ ਆਨੰਦ ਦੇ ਵਿੱਚ। ਸਾਨੂੰ ਤਾਂ ਸਤਿਗੁਰੂ ਜੀ ਨੇ ਆਨੰਦਪੁਰ ਦੇ ਵਾਸੀ ਬਣਾਇਆ ਹੈ, ਆਨੰਦ ਦੇ ਵਾਸੀ। ਤਾਂ ਸਤਿਗੁਰੂ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਨੇ ਬੇਅੰਤ ਤੇ ਬਖਸ਼ਿਸ਼ਾਂ ਕੀਤੀਆਂ। 100 ਸਾਖੀ ਦੇ ਵਿੱਚ ਬਚਨ ਆਉਂਦਾ ਹੈ
ਇਸ ਬਾਣੀ ਦੀ ਤਾਂ ਮਹਿਮਾ ਦੇ ਵਿੱਚ ਹੀ ਇੰਨੇ ਵਚਨ ਹਨ ਸਾਧ ਸੰਗਤ ਜੀ ਕਿ ਉਹਦੇ ਵਿੱਚ ਹੀ ਸਾਰਾ ਸਮਾਂ ਲੰਘ ਜਾਵੇ। 100 ਸਾਖੀ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਾ ਬਚਨ ਆਉਂਦਾ ਹੈ, ਕੋਈ ਵੀ ਕਾਰਜ ਕਿਸੇ ਦਾ ਅਟਕਿਆ ਹੋਵੇ, ਕੜਾਹ ਪ੍ਰਸ਼ਾਦ ਦੀ ਦੇਗ ਗੁਰਬਾਣੀ ਪੜ੍ਹਦਿਆਂ ਤਿਆਰ ਬਰ ਤਿਆਰ ਸਿੰਘ ਤਿਆਰ ਕਰੇ ਤੇ ਆਨੰਦ ਸਾਹਿਬ ਬਾਣੀ ਦੇ 3 ਪਾਠ ਕਰੇ ਤੇ ਅਰਦਾਸ ਬੇਨਤੀ ਕੀਤੀ ਜਾਵੇ ਤੇ ਭਾਵਨਾ ਪੂਰੀਆਂ ਹੋ ਜਾਣਗੀਆਂ, ਕਾਰਜ ਰਾਸ ਹੋ ਜਾਣਗੇ। ਇਹ ਬਚਨ ਆਉਂਦੇ। ਇੱਕ ਆਨੰਦਪੁਰ ਸਾਹਿਬ ਦੀ ਗਾਥਾ ਆਉਂਦੀ ਹੈ। ਇੱਕ ਸਿੱਖ ਬੱਚੇ ਨੂੰ ਮਹਾਰਾਜ ਸਾਹਿਬ ਜੀ ਨੇ ਇੱਕ ਗ੍ਰੰਥੀ ਸਿੰਘ ਦੇ ਕੋਲੇ ਮਹਾਰਾਜ ਨੇ ਸੰਥਿਆ ਕਰਨ ਵਾਸਤੇ ਲਾਇਆ। ਸੰਥਿਆ ਕਰਨ ਵਾਸਤੇ ਉਹ ਭੁਜੰਗੀ ਜਦੋਂ ਸੰਥਿਆ ਕਰਨ ਵਾਸਤੇ ਆਇਆ ਤੇ ਆਨੰਦ ਸਾਹਿਬ ਦੀ ਸੰਥਿਆ ਕਰਨ ਲੱਗਾ ਤੇ ਉਹਨੇ ਪਹਿਲੀ ਪੌੜੀ ਦੀ ਪਹਿਲੀ ਪੰਕਤੀ ਜਿਸ ਵੇਲੇ ਪੜ੍ਹੀ ਤਾਂ ਉਹ ਪੜ੍ਹ ਕੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਇਹ ਪੜ੍ਹ ਕੇ ਤੇ ਮੁੜ ਕੇ ਸੰਥਿਆ ਕਰਨੀ ਨਾ ਆਇਆ। 6 ਮਹੀਨੇ ਲੰਘ ਗਏ ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੰਘ ਨੂੰ ਪੁੱਛਿਆ ਵੀ ਉਹ ਭੁਜੰਗੀ ਨੂੰ ਸੰਥਿਆ ਕਰਨ ਵਾਸਤੇ ਲਾਇਆ ਸੀ, ਸੰਥਿਆ ਉਹਦੀ ਕਿੰਨੀ ਕੁ ਹੋ ਗਈ ਹੈ? ਸੰਥਿਆ ਕਰ ਗਿਆ ਸਾਰੀ? ਆਖਿਆ ਮਹਾਰਾਜ ਆਨੰਦ ਸਾਹਿਬ ਦੀ ਪਹਿਲੀ ਪੌੜੀ ਦੀ ਪਹਿਲੀ ਪੰਕਤੀ ਪੜ੍ਹੀ ਸੀ, ਮੁੜ ਕੇ ਆਇਆ ਹੀ ਨਹੀਂ। ਤੇ ਜਿਸ ਵੇਲੇ ਫਿਰ ਬੁਲਾਇਆ ਕਹਿਣ ਲੱਗਾ ਮਹਾਰਾਜ ਵੀ ਜਿਸ ਵੇਲੇ ਆਨੰਦ ਹੀ ਪ੍ਰਾਪਤ ਹੋ ਗਿਆ, ਆਪ ਜੀ ਦੀ ਕਿਰਪਾ ਹੋਈ, ਮੈਨੂੰ ਤਾਂ ਇੱਕੇ ਪੰਕਤੀ ਚੋਂ ਹੀ ਆਨੰਦ ਪ੍ਰਾਪਤ ਹੋ ਗਿਆ। ਤੇ ਸਤਿਗੁਰੂ ਜੀ ਆਪ ਜੀ ਦੀ ਪ੍ਰਾਪਤੀ ਹੋ ਗਈ ਤੇ ਜਦੋਂ ਮੈਂ ਸਤਿਗੁਰੂ ਪਾ ਲਿਆ, ਆਨੰਦ ਪ੍ਰਾਪਤ ਹੋ ਗਿਆ ਤੇ ਹੋਰ ਫਿਰ ਕੀ ਕਰਨਾ ਹੈ? ਹੋਰ ਕੀ ਪੜ੍ਹਨਾ ਪੜਾਉਣਾ? ਮਹਾਰਾਜ ਕਹਿੰਦੇ ਸਿੰਘਾ ਠੀਕ ਹੈ, ਤੈਨੂੰ ਇਹ ਬਖਸ਼ਿਸ਼ ਹੋਈ ਤੇਰੇ ਤੇ, ਤੈਨੂੰ ਆਨੰਦ ਦੀ ਪ੍ਰਾਪਤੀ ਹੋਈ, ਆਤਮਿਕ ਖੇੜਾ ਪ੍ਰਾਪਤ ਹੋਇਆ, ਪਰ ਗੁਰਬਾਣੀ ਦੀ ਸੰਥਿਆ ਬਾਣੀ ਪੂਰੀ ਕਰ। ਫਿਰ ਸਾਰੀ ਗੁਰੂ ਕੀ ਬਾਣੀ ਦੀ ਸੰਥਿਆ ਸਿੰਘ ਨੇ ਭੁਜੰਗੀ ਸਿੰਘ ਨੇ ਸੰਪੂਰਨ ਕੀਤੀ ਸੀ। ਤੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਰਾਮਕਲੀ ਰਾਗ ਦੇ ਅੰਦਰ ਧੰਨ ਗੁਰੂ ਅਮਰਦਾਸ ਸਾਹਿਬ ਜੀ ਆਨੰਦ ਸਾਹਿਬ ਦੀ ਬਾਣੀ ਉਚਾਰਨ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰੰਗ ਵਿੱਚ ਮੰਗਲ ਕੀਤਾ ਹੈ ਸਾਧ ਸੰਗਤ ਜੀ। ਵਾਹਿਗੁਰੂ ਇੱਕ ਹੈ, ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਇਹ ਮਹਾਰਾਜ ਨੇ ਜੋ ਇੱਕ ਲਿਖਿਆ ਹੈ ਨਾ, ਇਹ ਅੰਕਾਂ ਵਿੱਚ ਲਿਖਿਆ ਸਾਧ ਸੰਗਤ। ਈੜੀ ਸਿਹਾਰੀ ਤੇ ਕੱਕਾ ਇਸ ਤਰ੍ਹਾਂ ਇੱਕ ਨਹੀਂ ਲਿਖਿਆ, ਏਕਾ ਗਣਿਤ ਦਾ ਪਾਇਆ ਮਹਾਰਾਜ ਸਾਹਿਬ ਜੀ ਨੇ। ਹਿੰਦਸਿਆਂ ਦੇ ਵਿੱਚ ਏਕਾ ਲਿਖਿਆ। ਇੱਕ ਦਾ ਭਾਵ ਹੈ ਕਿ ਉਹ ਪ੍ਰਭੂ ਇੱਕ ਹੈ, ਵਾਹਿਗੁਰੂ ਇੱਕ ਹੈ। ਓੰਕਾਰ ਉਹ ਸਾਰਿਆਂ ਦਾ ਪ੍ਰਕਾਸ਼ਕ ਹੈ, ਸਾਰੀ ਸ੍ਰਿਸ਼ਟੀ ਦੀ ਉਹ ਉਤਪਤੀ ਕਰਨ ਵਾਲਾ ਵੀ ਹੈ, ਅੰਗ ਪੱਖ ਪਾਲਣਾ ਤੇ ਕਾਰ ਲੈਦਾ ਕਰਨ ਵਾਲਾ ਵੀ ਉਹ ਇੱਕ ਹੀ ਹੈ। ਸਤਿਗੁਰ ਪ੍ਰਸਾਦ, ਸਤਿਗੁਰ ਸੱਚੇ ਗੁਰੂ ਦੀ ਪ੍ਰਸਾਦ ਕਿਰਪਾ ਦੇ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ, ਜੋ ਇੱਕ ਪ੍ਰਭੂ ਹੈ। ਇਸ ਕਰਕੇ ਮਹਾਰਾਜ ਕਹਿੰਦੇ ਵੀ ਜਿੰਨਾ ਚਿਰ ਸਤਿਗੁਰ ਦੀ ਪ੍ਰਸਾਦ ਕਿਰਪਾ ਨਹੀਂ ਨਾ ਜੀ ਪ੍ਰਾਪਤ ਕਰਦਾ, ਉਹਨਾਂ ਚਿਰ ਇੱਕ ਓੰਕਾਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇੱਕ ਜਿਹੜਾ ਪ੍ਰਭੂ ਹੈ ਤੇ ਓੰਕਾਰ ਸਰਬ ਵਿਆਪਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ, ਸਾਰੀ ਸ੍ਰਿਸ਼ਟੀ ਦੀ ਰਚਨਾ ਪਾਲਣਾ ਤੇ ਲੈਦਾ ਕਰਨ ਵਾਲਾ ਹੈ, ਸਾਰਿਆਂ ਨੂੰ ਪੈਦਾ ਵੀ ਕਰਦਾ ਹੈ, ਸਾਰਿਆਂ ਨੂੰ ਪਾਲਦਾ ਵੀ ਹੈ, ਸਾਰਿਆਂ ਦਾ ਖਾਤਮਾ ਵੀ ਕਰਦਾ ਹੈ। ਐਸਾ ਜੋ ਪ੍ਰਭੂ ਹੈ ਉਹਦੀ ਸਮਝ, ਉਸ ਦੀ ਪ੍ਰਾਪਤੀ ਸੱਚੇ ਗੁਰੂ ਦੀ ਕਿਰਪਾ ਨਾਲ ਹੀ ਹੁੰਦੀ ਹੈ। ਸੁਖਮਨੀ ਸਾਹਿਬ ਦੀ ਅਖੀਰਲੀ ਅਸ਼ਟਪਦੀ ਚ ਤਾਂ ਹੀ ਮਹਾਰਾਜ ਕਹਿੰਦੇ ਆ ਵੀ ਸੱਚੇ ਗੁਰੂ ਦਾ ਉਪਦੇਸ਼ ਸੁਣ ਭਾਈ, ਪੂਰੇ ਗੁਰੂ ਦਾ ਉਪਦੇਸ਼ ਸੁਣ, ਪੂਰੇ ਗੁਰ ਕਾ ਸੁਣੀ ਉਪਦੇਸ਼। ਫਿਰ ਕੀ ਹੋਵੇਗਾ? ਪਾਰ ਬ੍ਰਹਮ ਨਿਕਟ ਕਰ ਵੇਖ, ਪਾਰ ਬ੍ਰਹਮ ਨੂੰ ਨੇੜੇ ਕਰਕੇ ਵੇਖ ਲਵੇਂਗਾ। ਜਦੋਂ ਪੂਰੇ ਗੁਰੂ ਦਾ ਉਪਦੇਸ਼ ਸੁਣੇਗਾ, ਧਾਰਨ ਕਰੇਗਾ, ਕਮਾਵੇਂਗਾ। ਸਾਸ ਸਾਸ ਸਿਮਰਹੁ ਗੋਬਿੰਦ, ਮਾਣੇ ਅੰਤਰ ਕੀ ਉਤਰੈ ਚਿੰਦ, ਆਸ ਅਨਿਤ ਤਿਆਗਹੁ ਤਰੰਗ, ਸੰਤ ਜਨਾ ਕੀ ਧੂਰ ਮਨ ਮੰਗ। ਆਪ ਛੋੜ ਬੇਨਤੀ ਕਰਹੁ, ਸਾਧ ਸੰਗ ਅਗਨ ਸਾਗਰ ਤਰਹੁ, ਹਰ ਧਨ ਕੇ ਭਰ ਲਿਓ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ। ਪੂਰੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਨ ਦੇ ਨਾਲ ਹਰ ਧਨ ਦੇ, ਨਾਮ ਧਨ ਦੇ ਭੰਡਾਰੇ ਭਰ ਜਾਣਗੇ ਹਿਰਦੇ ਦੇ ਵਿੱਚ। ਤਾਂ ਮਹਾਰਾਜ ਕਹਿੰਦੇ ਉਹ ਪ੍ਰਭੂ ਸਤਿਗੁਰ ਪ੍ਰਸਾਦ ਸੱਚੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਆਨੰਦ ਭਇਆ ਮੇਰੀ ਮਾਏ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਪਣੀ ਅਵਸਥਾ ਦਾ ਕਥਨ ਕਰਦੇ ਹਨ ਸਾਧ ਸੰਗਤ ਜੀ।
ਆਪਣੇ ਬਾਰੇ ਮਹਾਰਾਜ ਕਹਿੰਦੇ ਆ, ਆਨੰਦ ਭਇਆ ਮੇਰੀ ਮਾਏ। ਮਾਏ ਦਾ ਅਰਥ ਹੈ ਮਾਤਾ। ਜਦੋਂ ਕੋਈ ਜੀਵ ਨੂੰ ਪ੍ਰਾਪਤ ਹੁੰਦਾ ਹੈ ਨਾ, ਉਸ ਵੇਲੇ ਸਭ ਤੋਂ ਪਹਿਲਾਂ ਉਹ ਆਪਣੀ ਮਾਤਾ ਨੂੰ ਹੀ ਦੱਸਦਾ ਹੈ, ਆਪਣੀ ਮਾਂ ਨੂੰ ਹੀ ਦੱਸਦਾ ਹੈ। ਮਹਾਰਾਜ ਕਹਿੰਦੇ ਆਨੰਦ ਭਇਆ ਮੇਰੀ ਮਾਏ। ਹੇ ਮੇਰੀ ਮਾਤਾ, ਮੇਰੀ ਮਾਂ, ਮੈਨੂੰ ਆਨੰਦ ਪ੍ਰਾਪਤ ਹੋਇਆ, ਆਨੰਦ ਦੀ ਪ੍ਰਾਪਤੀ ਹੋਈ ਹੈ। ਆਨੰਦ ਉਹ ਅਵਸਥਾ ਹੈ ਜੋ ਸੁੱਖਾਂ ਤੇ ਦੁੱਖਾਂ ਤੋਂ ਉੱਪਰ ਹੈ, ਜਿੱਥੇ ਸੁੱਖਾਂ ਤੇ ਦੁੱਖਾਂ ਦਾ ਕੋਈ ਪ੍ਰਭਾਵ ਨਹੀਂ ਹੈ। ਸੰਸਾਰੀ ਸੁੱਖ ਆਵੇ, ਸੰਸਾਰੀ ਦੁੱਖ ਆਵੇ, ਸਰੀਰਕ ਸੁੱਖ ਹੋਵੇ ਜਾਂ ਦੁੱਖ ਹੋਵੇ, ਖੁਸ਼ੀ ਹੈ ਜਾਂ ਗਮੀ ਹੈ, ਜਾਂ ਲਾਭ ਹੈ ਜਾਂ ਘਾਟਾ ਹੈ, ਜਾਂ ਉਸਤਤੀ ਹੋ ਰਹੀ ਹੈ ਜਾਂ ਨਿੰਦਿਆ ਹੋ ਰਹੀ ਹੈ, ਇਹ ਸਾਰੀ ਹਲਚਲ ਜਿਹੜੀ ਹੈ ਨਾ, ਇਹਦਾ ਜਿੱਥੇ ਕੋਈ ਅਸਰ ਨਹੀਂ ਹੈ, ਇਹ ਉਹ ਉੱਚੀ ਅਵਸਥਾ ਦਾ ਨਾਮ ਹੈ, ਆਤਮਿਕ ਖੇੜੇ ਦਾ ਨਾਮ ਹੈ, ਆਤਮਿਕ ਖੁਸ਼ੀ ਦਾ ਨਾਮ ਹੈ। ਗੁਰਮਤਿ ਵਿੱਚੋਂ, ਪਰਮਾਰਥ ਵਿੱਚੋਂ ਮਿਲੀ ਹੋਈ ਜਿਹੜੀ ਖੁਸ਼ੀ ਹੈ, ਜਿਹੜਾ ਖੇੜਾ ਹੈ, ਵਿਗਾਸ ਹੈ, ਉਹਨੂੰ ਆਨੰਦ ਆਖਿਆ। ਜਿਹੜੀ ਗੁਰੂ ਕੀ ਆਗਿਆ ਵਿੱਚ ਚੱਲ ਕੇ, ਗੁਰੂ ਕੀ ਸਿੱਖਿਆ ਵਿੱਚ ਚੱਲ ਕੇ, ਵਾਹਿਗੁਰੂ ਦੇ ਭਾਣੇ ਵਿੱਚ ਤੁਰ ਕਰਕੇ ਜਿਹੜਾ ਵਿਗਾਸ ਮਿਲਿਆ, ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ, ਉਹਨੂੰ ਆਨੰਦ ਆਖਿਆ। ਜਿਸ ਨੂੰ ਜੀਵਨ ਮੁਕਤੀ ਵੀ ਮਹਾਰਾਜ ਕਹਿੰਦੇ ਹਨ। ਜਿਉਂਦਿਆਂ ਜੀਵਨ ਬਸਰ ਕਰਦਿਆਂ ਤੇ ਸਾਰੇ ਬੰਧਨਾਂ ਤੋਂ ਮੁਕਤ ਹੋ ਜਾਣ ਦਾ ਨਾਮ ਆਨੰਦ ਹੈ, ਉੱਚੀ ਅਵਸਥਾ ਦਾ ਨਾਮ, ਜਿਸ ਨੂੰ ਬੇਗਮਪੁਰਾ ਵੀ ਆਖਿਆ। ਵਾਹਿਗੁਰੂ ਦੇ ਭਾਣੇ ਵਿੱਚ ਚੱਲ ਕੇ ਜਿਹੜਾ ਖੁਸ਼ੀ ਨਾਲ ਭਾਣੇ ਦੇ ਵਿੱਚ ਚੱਲਣਾ ਹੈ, ਉਹਦਾ ਨਾਮ ਆਨੰਦ ਹੈ। ਉੱਥੇ ਭਾਵੇਂ ਜਨਮ ਹੋ ਰਿਹਾ ਹੈ, ਭਾਵੇਂ ਮਰਨ ਹੋ ਰਿਹਾ ਹੈ, ਭਾਵੇਂ ਉਸਤਤੀ ਹੋ ਰਹੀ ਹੈ, ਭਾਵੇਂ ਨਿੰਦਿਆ ਹੋ ਰਹੀ ਹੈ, ਭਾਵੇਂ ਖੁਸ਼ੀ ਹੈ, ਭਾਵੇਂ ਗਮੀ ਹੈ, ਹਰਖ ਸੋਗ ਹੈ, ਤੇ ਉਹ ਇੱਕ ਰਸ ਅਵਸਥਾ ਹੈ, ਅਟਲ ਅਵਸਥਾ ਹੈ, ਜਿਸ ਨੂੰ ਸੁਖਮਨੀ ਸਾਹਿਬ ਜੀ ਮਹਾਰਾਜ ਨੇ ਇਸ ਤਰ੍ਹਾਂ ਬਿਆਨਿਆ ਹੈ। ਜਦੋਂ ਵਾਹਿਗੁਰੂ ਦੀ ਆਗਿਆ ਹਿਰਦੇ ਵਿੱਚ ਪਿਆਰੀ ਲੱਗਦੀ ਹੈ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹਿ ਨਹੀਂ ਵਿਯੋਗ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਜਿਹਨੂੰ ਆਨੰਦ ਪ੍ਰਾਪਤ ਹੋ ਗਿਆ ਨਾ, ਉਹਦੀ ਫਿਰ ਬਿਰਤੀ ਉੱਥੇ ਅਪੜ ਜਾਂਦੀ ਹੈ, ਉਹਦੇ ਵਾਸਤੇ ਉਹੋ ਜਿਹਾ ਸੋਨਾ ਹੈ ਤੇ ਉਹੋ ਜਿਹੀ ਮਿੱਟੀ ਹੈ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ। ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਮਹਾਰਾਜ ਕਹਿੰਦੇ ਆਨੰਦ ਭਇਆ ਮੇਰੀ ਮਾਏ। ਮੇਰੀ ਮਾਤਾ, ਮੈਨੂੰ ਆਨੰਦ ਦੀ ਪ੍ਰਾਪਤੀ ਹੋਈ ਹੈ। ਸਤਿਗੁਰੂ ਮੈਂ ਪਾਇਆ। ਪਰ ਕਦੋਂ ਪ੍ਰਾਪਤੀ ਹੋਈ ਆਨੰਦ ਦੀ? ਜਦੋਂ ਸਤਿਗੁਰੂ ਮੈਂ ਪਾਇਆ, ਜਦੋਂ ਮੈਂ ਸਤਿਗੁਰੂ ਜੀ ਨੂੰ ਪਾਇਆ, ਜਦੋਂ ਮੈਨੂੰ ਸਤਿਗੁਰੂ ਜੀ ਮਿਲੇ, ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਜਦੋਂ ਮੈਂ ਦੂਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਚਰਨ ਸ਼ਰਨ ਵਿੱਚ ਖਡੂਰ ਸਾਹਿਬ ਪਹੁੰਚਿਆ, ਮੈਂ ਸਤਿਗੁਰੂ ਜੀ ਨੂੰ ਪਾਇਆ, ਪ੍ਰਾਪਤ ਕੀਤਾ, ਤੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਮੇਰੀ ਮਾਤਾ ਮੈਨੂੰ ਆਨੰਦ ਮਿਲ ਗਿਆ। ਆਨੰਦ ਹਰ ਇੱਕ ਜੀਵ ਚਾਹੁੰਦਾ ਹੈ, ਪਰ ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਆਨੰਦ ਉਸ ਦਿਨ ਮਿਲਣਾ, ਇਹ ਆਤਮਿਕ ਖੇੜਾ ਉਸ ਦਿਨ ਮਿਲਣਾ, ਇਹ ਵੱਡੀ ਉੱਚੀ ਖੁਸ਼ੀ ਉਸ ਦਿਨ ਮਿਲੇਗੀ ਜਦੋਂ ਸਤਿਗੁਰੂ ਦੀ ਪ੍ਰਾਪਤੀ ਹੋਵੇਗੀ। ਪਹਿਲੇ ਪਾਤਸ਼ਾਹ ਤੋਂ ਲੈ ਕਰਕੇ ਨਾਵੇਂ ਪਾਤਸ਼ਾਹ ਤੀਕ ਸਤਿਗੁਰੂ ਮੈਂ ਪਾਇਆ। ਸਤਿਗੁਰੂ ਜੀ ਦੇ ਪਾਉਣ ਦੀ ਮਰਿਆਦਾ ਸੀ ਵੀ ਗੁਰੂ ਕਾ ਸਿੱਖ ਗੁਰੂ ਕੀ ਚਰਨ ਪੌੜ ਲਵੇ, ਗੁਰੂ ਕੀ ਸਿੱਖੀ ਧਾਰਨ ਕਰੇ, ਗੁਰੂ ਜੀ ਕੀ ਦੱਸੀ ਰਹਿਤ ਮਰਿਆਦਾ ਵਿੱਚ ਰਵੇ, ਨਿਤਨੇਮ ਕਰੇ ਸਵੇਰ ਦਾ, ਸ਼ਾਮ ਦਾ, ਰਾਤ ਦਾ, ਧਰਮ ਦੀ ਕਿਰਤ ਕਰੇ, ਵੰਡ ਕੇ ਛਕੇ, ਨਾਮ ਜਪੇ, ਗੁਰੂ ਸਾਹਿਬ ਜੀ ਦੀ ਦੱਸੀ ਹੋਈ ਰਹਿਤ ਮਰਿਆਦਾ ਵਿੱਚ ਰਵੇ।
ਗੁਰੂ ਕੀ ਸਿੱਖਿਆ ਦੇ ਵਿੱਚ ਚੱਲੇ, ਸਿੱਖੀ ਸਿੱਖਿਆ ਗੁਰ ਵਿਚਾਰ, ਤੇ ਫਿਰ ਸਤਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਸੀ, ਸਤਿਗੁਰੂ ਜੀ ਦੀ ਖੁਸ਼ੀ ਹੁੰਦੀ ਸੀ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਤਿਗੁਰੂ ਮੈਂ ਪਾਇਆ, ਸਤਿਗੁਰੂ ਜੀ ਦੇ ਪਾਉਣ ਦੀ ਮਰਿਆਦਾ ਇਹ ਰੱਖ ਦਿੱਤੀ ਵੀ ਹੁਣ ਜਿਸ ਨੇ ਸਤਿਗੁਰੂ ਜੀ ਨੂੰ ਪਾਉਣਾ ਹੈ ਉਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੀ ਵਿੱਚ, ਗੁਰੂ ਕੇ ਚਰਨਾਂ ਵਿੱਚ ਪੰਜਾਂ ਪਿਆਰਿਆਂ ਦੇ ਹਾਜ਼ਰ ਹੋਣਾ ਪਵੇਗਾ, ਤੇ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਪੰਜਾਂ ਕਕਾਰਾਂ ਦਾ ਧਾਰਨੀ ਹੋ ਕੇ ਤੇ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਜੋ ਨਿਯਮ ਹਨ ਉਹਦਾ ਵਿੱਚ ਚੱਲੇ। ਅੰਮ੍ਰਿਤ ਵੇਲੇ 5 ਬਾਣੀਆਂ ਦਾ ਨਿਤਨੇਮ ਕਰੇ, ਸ਼ਾਮੀ ਰਹਿਰਾ ਸਾਹਿਬ ਜੀ ਦਾ ਪਾਠ ਕਰੇ, ਰਾਤੀ ਕੀਰਤਨ ਸੋਹਿਲੇ ਦਾ ਪਾਠ ਕਰੇ। ਜੋ ਪੰਜਾਂ ਪਿਆਰਿਆਂ ਦੇ ਰਾਹੀਂ ਗੁਰੂ ਦਾ ਮੰਤਰ ਮਿਲਿਆ, ਗੁਰ ਮੰਤਰ, ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਕੋਈ, ਉਸ ਗੁਰ ਮੰਤਰ ਦਾ ਜਾਪ ਕਰੇ। ਜੋ ਮੂਲ ਮੰਤਰ ਦਾ ਜਾਪ ਦਿੱਤਾ ਪੰਜ ਪਿਆਰੇ ਸਾਹਿਬਾਨਾਂ ਨੇ, ਮੂਲ ਮੰਤਰ ਦਾ ਵੱਧ ਤੋਂ ਵੱਧ ਜਾਪ ਕਰੇ। ਪੰਜਾਂ ਕਕਾਰਾਂ ਦੀ ਦੱਸੀ ਹੋਈ ਰਹਿਤ ਮਰਿਆਦਾ ਵਿੱਚ ਰਵੇ, ਬੱਜਰ ਕੁਰੇਤਾਂ ਤੋਂ ਬਚ ਕੇ ਰਵੇ। ਫਿਰ ਸਤਿਗੁਰੂ ਜੀ ਦਾ ਬਖਸ਼ਿਆ ਹੋਇਆ ਸੇਵਾ ਤੇ ਸਿਮਰਨ ਕਰੇ, ਫਿਰ ਸਤਿਗੁਰੂ ਜੀ ਦੀ ਖੁਸ਼ੀ ਪ੍ਰਾਪਤ ਹੋਵੇਗੀ, ਫਿਰ ਸਤਿਗੁਰੂ ਜੀ ਦੀ ਪ੍ਰਾਪਤੀ ਹੋਵੇਗੀ ਜੀ। ਮਹਾਰਾਜ ਕਹਿੰਦੇ ਆਨੰਦ ਉਸ ਵੇਲੇ, ਹੇ ਮੇਰੀ ਮਾਤਾ ਮੈਨੂੰ ਪ੍ਰਾਪਤ ਹੋਇਆ, ਆਨੰਦ ਭਇਆ, ਮੈਨੂੰ ਆਨੰਦ ਅੰਦਰੋਂ ਪ੍ਰਾਪਤ ਹੋਇਆ। ਕਦੋਂ? ਜਦੋਂ ਮੈਂ ਸਤਿਗੁਰੂ ਜੀ ਨੂੰ ਪਾਇਆ। ਇੱਕ ਬਾਹਰਲੀ ਕਿਰਿਆ ਹੈ ਸਤਿਗੁਰੂ ਜੀ ਨੂੰ ਪਾਉਣ ਦੀ, ਉਹ ਮਰਿਆਦਾ ਹੈ ਗੁਰੂ ਸਾਹਿਬ ਜੀ ਦੀ। ਉਹਦੇ ਤੇ ਚੱਲ ਕੇ ਜਦੋਂ ਗੁਰੂ ਕੀ ਦੱਸੀ ਹੋਈ ਮਰਿਆਦਾ ਦਾ ਧਾਰਨੀ ਹੋ ਕੇ ਨਾਮ ਜਪੇਗਾ, ਬਾਣੀ ਪੜ੍ਹੇਗਾ, ਤੇ ਫਿਰ ਇਹਨੂੰ ਅੰਦਰੋਂ ਆਨੰਦ ਦੀ ਪ੍ਰਾਪਤੀ ਹੋਵੇਗੀ। ਅੰਦਰੋਂ ਇਹਨੂੰ ਉਹ ਖੁਸ਼ੀ ਤੇ ਖੇੜਾ ਜਿਹੜਾ ਉਹ ਪ੍ਰਾਪਤ ਹੋਵੇਗਾ, ਜਿਸ ਨੂੰ ਮਹਾਰਾਜ ਸਾਹਿਬ ਜੀ ਨੇ ਆਖਿਆ, ਬਾਹਰੋਂ ਵੀ ਆਖਿਆ ਤੇ ਅੰਦਰੋਂ ਵੀ ਆਖਿਆ ਕਿ ਬਾਹਰੋਂ ਵੀ ਤੈਨੂੰ ਇਹ ਮਰਿਆਦਾ ਧਾਰਨ ਕਰਨੀ ਪਵੇਗੀ, ਗੁਰੂ ਕੇ ਦਰਬਾਰ ਵਿੱਚ ਆਉਣਾ ਪਵੇਗਾ, ਗੁਰੂ ਕੀ ਸੰਗਤ ਕਰਨੀ ਪਵੇਗੀ। ਫਿਰ ਜਿਹੜਾ ਤੇਰੇ ਅੰਦਰ ਖਜ਼ਾਨਾ ਹੈ ਨਾ ਆਨੰਦ ਦਾ, ਖੁਸ਼ੀਆਂ ਦਾ, ਉਹ ਫਿਰ ਪ੍ਰਗਟ ਹੋਵੇਗਾ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ ਇਸ ਕਾ ਵਿਸਰਾਮ, ਜੋ ਦੇਹੀ ਦੇ ਵਿੱਚ ਵਿਸਰਾਮ ਹੈ ਨਾਮ ਦਾ, ਆਨੰਦ ਦਾ, ਉਹ ਫਿਰ ਪ੍ਰਗਟ ਹੋਵੇਗਾ। ਤਾਂ ਗਰੀਬ ਨਵਾਜ ਕਹਿੰਦੇ ਜਦੋਂ ਮੈਂ ਸਤਿਗੁਰੂ ਜੀ ਨੂੰ ਪਾਇਆ, ਸਤਿਗੁਰੂ ਜੀ ਦੀ ਪ੍ਰਾਪਤੀ ਹੋਈ, ਤਾਂ ਮੇਰੀ ਮਾਤਾ ਮੈਨੂੰ ਆਨੰਦ ਪ੍ਰਾਪਤ ਹੋ ਗਿਆ। ਮਾਏ ਨਾਮ ਸਾਧ ਸੰਗਤ ਜੀ, ਮਾਏ ਦਾ ਅਰਥ ਭਾਈ ਵੀ ਕੀਤਾ ਕਈਆਂ ਗੁਰਮੁਖਾਂ ਨੇ, ਕਿਹੇ ਭਾਈ, ਤੇ ਮਾਏ ਤੋਂ ਭਾਵ ਉਹ ਮਹਾਨ ਗੁਰੂ ਕੇ ਸਿੱਖ ਮਹਾਤਮਾ ਜਨ ਨੂੰ ਵੀ ਮਾਤਾ ਸਰੂਪ ਆਖਿਆ, ਸੰਤ ਜਨ। ਇਹ ਸੰਤ ਜਨੋ, ਇਹ ਭਾਈ, ਇਹ ਗੁਰੂ ਕੇ ਸਿੱਖੋ, ਮੈਨੂੰ ਆਨੰਦ ਪ੍ਰਾਪਤ ਹੋਇਆ ਜਦੋਂ ਮੈਂ ਸਤਿਗੁਰੂ ਜੀ ਦੀ ਪ੍ਰਾਪਤੀ ਕੀਤੀ। ਸਤਿਗੁਰ ਕਾ ਪਾਇਆ ਸਹਿਜ ਸੇਤੀ, ਤੇ ਜਿਸ ਵੇਲੇ ਸਤਿਗੁਰੂ ਜੀ ਪ੍ਰਾਪਤ ਹੋਏ ਤਾਂ ਫਿਰ ਸਹਿਜ ਸੇਤੀ, ਫਿਰ ਸਹਿਜ ਮਿਲਿਆ। ਸਤਿਗੁਰੂ ਜੀ ਪਾਏ ਤੇ ਸਤਿਗੁਰੂ ਕਿਸ ਤਰ੍ਹਾਂ ਦੇ ਹਨ? ਸਹਿਜ ਸੇਤੀ। ਸੇਤੀ ਤੋਂ ਭਾਵ ਹੈ ਨਾਲ, ਸੇਤੀ ਤੋਂ ਭਾਵ ਹੈ ਸਮੇਤ। ਸਤਿਗੁਰੂ ਜੀ ਜਿਹੜੇ ਸਹਿਜ ਵਾਲੇ ਹਨ, ਸਤਿਗੁਰੂ ਜੀ ਉਹ ਸਹਿਜ ਵਾਲੇ ਸਤਿਗੁਰੂ ਜੀ ਪਾਏ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਵਿੱਚ ਕਿੰਨਾ ਵੱਡਾ ਸਹਿਜ ਹੈ, ਕਿੰਨੇ ਅਜਰ ਨੂੰ ਜਰਨ ਵਾਲੇ ਸਤਿਗੁਰੂ ਹਨ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਸਹਿਜ ਦੇ ਸਮੇਤ, ਸਹਿਜ ਅਵਸਥਾ ਦੇ ਸਮੇਤ ਜਿਹੜੇ ਸਤਿਗੁਰੂ ਉਹ ਪਾਏ, ਉਹਨਾਂ ਦੀ ਪ੍ਰਾਪਤੀ ਹੋਈ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ। ਜੇ ਖਹਿਰਿਆਂ ਜੱਟਾਂ ਨੇ ਇਕੱਠੇ ਹੋ ਕਰਕੇ ਤਪੇ ਦੇ ਮਗਰ ਲੱਗ ਕਰਕੇ ਕਹਿ ਦਿੱਤਾ ਵੀ ਸਾਡਾ ਤਪਾ ਗੁਰੂ ਕਹਿੰਦਾ ਹੈ ਵੀ ਜਿਸ ਦਿਨ ਦੇ ਗੁਰੂ ਅੰਗਦ ਦੇਵ ਸਾਹਿਬ ਜੀ ਕਰਤਾਰਪੁਰ ਸਾਹਿਬ ਤੋਂ ਆ ਕਰਕੇ ਇਹ ਗੁਰਤਾ ਗੱਦੀ ਦੇ ਮਾਲਕ ਬਣ ਕੇ ਖਡੂਰ ਸਾਹਿਬ ਵਿੱਚ ਆਏ ਆ, ਤੇ ਇਹ ਗ੍ਰਸਤੀ ਉਹ ਕਰਕੇ ਆਪਣੀ ਪੂਜਾ ਕਰਵਾ ਰਹੇ ਆ ਸੰਗਤ ਦੇ ਪਾਸੋਂ। ਸੰਗਤ ਇਹਨਾਂ ਨੂੰ ਸੇਵ ਰਹੀ, ਇਹਨਾਂ ਦੀ ਪੂਜਾ ਕਰ ਰਹੀ, ਨਮਸਕਾਰਾਂ ਕਰ ਰਹੀ, ਇਸ ਕਰਕੇ ਮੀਂਹ ਨਹੀਂ ਪੈ ਰਿਹਾ। ਤੇ ਜਾਓ ਜਾ ਕੇ ਆਖੋ ਜੇ ਗੁਰੂ ਅੰਗਦ ਸਾਹਿਬ ਪਿੰਡ ਛੱਡ ਕੇ ਬਾਹਰ ਚਲੇ ਜਾਣ ਤੇ ਮੈਂ ਮੀਂਹ ਪਵਾ ਦੇਵਾਂਗਾ। ਉਹ ਦੰਭੀ ਪਖੰਡੀ ਦੇ ਮਗਰ ਲੱਗ ਕਰਕੇ ਨਗਰ ਦੇ ਲੋਕਾਂ ਨੇ, ਕੁਝ ਨੇ ਮਹਾਰਾਜ ਸਾਹਿਬ ਨੂੰ ਆ ਕੇ ਬੇਨਤੀ ਕੀਤੀ, ਜੀ ਸਾਡਾ ਤਪਾ ਗੁਰੂ ਕਹਿੰਦਾ ਹੈ, ਗੁਰੂ ਅੰਗਦ ਸਾਹਿਬ ਜੀ ਗ੍ਰਸਤੀ ਹੋ ਕਰਕੇ ਆਪਣੀ ਪੂਜਾ ਕਰਾ ਰਹੇ ਆ, ਜੇ ਉਹ ਪਿੰਡ ਛੱਡ ਕੇ ਬਾਹਰ ਚਲੇ ਜਾਣ ਤੇ ਮੈਂ ਮੀਂਹ ਪਵਾ ਦੇਵਾਂਗਾ।
ਸਤਿਗੁਰਾਂ ਨੇ ਆਖਿਆ ਵੀ ਸਾਡੇ ਇੱਥੇ ਰਹਿੰਦਿਆਂ ਤੇ ਅੱਗੇ ਕਈ ਵਾਰੀ ਮੀਂਹ ਪਿਆ, ਜੇ ਹੁਣ ਨਹੀਂ ਵਰਖਾ ਹੋ ਰਹੀ ਇਹ ਵਾਹਿਗੁਰੂ ਦਾ ਭਾਣਾ ਹੈ, ਪਰਮੇਸ਼ਰ ਦਾ ਹੁਕਮ ਹੈ। ਪਰ ਜੇ ਤੁਸੀਂ ਕਹਿੰਦੇ ਹੋ ਵੀ ਸਾਡੇ ਪਿੰਡ ਛੱਡਣ ਦੇ ਨਾਲ ਮੀਂਹ ਪੈ ਕੇ ਤੁਹਾਡੀਆਂ ਫਸਲਾਂ ਬਚ ਜਾਣਗੀਆਂ, ਤੁਹਾਡਾ ਭਲਾ ਹੋ ਜਾਵੇਗਾ, ਤੇ ਅਸੀਂ ਆਪਣਾ ਘਰ ਛੱਡਣ ਵਾਸਤੇ ਵੀ ਤਿਆਰ ਹਾਂ, ਅਸੀਂ ਖਡੂਰ ਸਾਹਿਬ ਛੱਡਣ ਵਾਸਤੇ ਵੀ ਤਿਆਰ ਹਾਂ। ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਤੇ ਹੋਰ ਗੁਰਸਿੱਖਾਂ ਨੂੰ ਆਖਿਆ, ਗੁਰੂ ਅੰਗਦ ਸਾਹਿਬ ਜੀ ਨੇ, ਕਿ ਪਲੰਘਾ ਚੁੱਕੋ ਤੇ ਆਪਾਂ ਚੱਲ ਗਏ। ਸਿੱਖਾਂ ਨੇ ਫਿਰ ਆਗਿਆ ਮੰਨਣੀ ਸੀ, 7 ਵਚਨ ਕਹਿ ਕੇ ਮਹਾਰਾਜ ਦਾ ਪਲੰਘਾ ਚੁੱਕਿਆ, ਆਪਣਾ ਘਰ ਛੱਡ ਕੇ, ਆਪਣਾ ਨਗਰ ਛੱਡ ਕੇ ਮਹਾਰਾਜ, ਤੇ ਉਸ ਵੇਲੇ ਜਿੱਥੇ ਅੱਜ ਕੱਲ੍ਹ ਛਾਪੜੀ ਸਾਹਿਬ ਹੈ ਸਥਾਨ, ਸਤਿਗੁਰੂ ਉੱਥੇ ਚਲੇ ਗਏ ਸਨ। ਛਾਪੜੀ ਸਾਹਿਬ ਨਗਰ ਦੇ ਵਿੱਚ ਜਿੱਥੇ ਗੁਰੂ ਕਾ ਗੁਰਦੁਆਰਾ ਸਾਹਿਬ ਸੋਭਾ ਪਾਉਂਦਾ, ਉਹ ਸਥਾਨ ਅੱਜ ਕੱਲ੍ਹ ਸੋਭਾ ਪਾਉਂਦਾ, ਮਹਾਰਾਜ ਸਾਹਿਬ ਉੱਥੇ ਜਾ ਟਿਕਾਣਾ ਕੀਤਾ ਸੀ। ਬਾਅਦ ਵਿੱਚ ਉਹ ਤਪੇ ਤੋਂ ਮੀਂਹ ਪਵਾਇਆ ਵੀ ਨਾ ਗਿਆ। ਕਿੱਡਾ ਵੱਡਾ ਸਹਿਜ ਹੈ ਵੀ ਲੋਕਾਂ ਦੇ ਕਹਿਣ ਕਰਕੇ ਆਪਣਾ ਘਰ ਹੀ ਛੱਡ ਦਿੱਤਾ, ਨਹੀਂ ਤੇ ਆਪਣਾ ਘਰ ਕੋਈ ਛੱਡਦਾ? ਇੰਨੀ ਸੰਗਤ ਵੀ ਨਮਸਕਾਰਾਂ ਕਰਦੀ ਹੈ, ਇੰਨੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਸਾਹਿਬ ਜੀ ਦੀ ਜੋਤ ਆਪ ਜੀ ਦੇ ਵਿੱਚ ਪ੍ਰਕਾਸ਼ਮਾਨ ਹੈ। ਜੋ ਕਰਨ, ਜੋ ਚਾਹਣ ਉਹਦੇ ਕਰਨ ਦੀ ਸਮਰੱਥਾ ਹੈ ਆਪ ਜੀ ਦੇ ਵਿੱਚ, ਪਰ ਸਭ ਕੁਝ ਜਰ ਕੇ ਰੱਖਿਆ ਹੋਇਆ ਮਹਾਰਾਜ ਸਾਹਿਬ ਜੀ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਸਤਿਗੁਰੂ ਐਸਾ ਪਾਇਆ ਜੋ ਸਹਿਜ ਦੇ ਸਹਿਤ ਹੈ, ਜਿਨ੍ਹਾਂ ਦੇ ਵਿੱਚ ਸਹਿਜ ਅਵਸਥਾ ਹੈ। ਜੇ ਕੋਈ ਮਾੜਾ ਵੀ ਬੋਲਦਾ ਹੈ, ਨਿੰਦਿਆ ਵੀ ਕਰਦਾ ਹੈ, ਪਰ ਏਡੀ ਵੱਡੀ ਸਹਿਜ ਹੈ, ਜਰਨ ਦੀ ਏਡੀ ਵੱਡੀ ਸਮਰੱਥਾ ਹੈ ਮਹਾਰਾਜ ਸਾਹਿਬ ਜੀ ਦੇ ਅੰਦਰ। ਬਾਅਦ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਆਏ ਸੀ, ਪਤਾ ਲੱਗਾ ਵੀ ਆਹ ਕੁਝ ਤਪੇ ਨੇ ਕੀਤਾ। ਫਿਰ ਸਤਿਗੁਰੂ ਜੀ ਨੇ ਆਪਣੀ ਕਲਾ ਸੇਵਕ ਰੂਪ ਵਿੱਚ ਸਨ ਵਿਖਾਈ ਸੀ, ਤੇ ਮੀਂਹ ਗੁਰੂ ਅਮਰਦਾਸ ਸਾਹਿਬ ਜੀ ਨੇ ਖਡੂਰ ਸਾਹਿਬ 'ਚ ਪਵਾਇਆ ਸੀ। ਫਿਰ ਗਰੀਬ ਨਵਾਜ ਕਹਿੰਦੇ ਵੀ ਐਸਾ ਸਤਿਗੁਰੂ ਪਾਇਆ ਜਿਹੜੇ ਸਹਿਜ ਦੇ ਸਹਿਤ ਹਨ। ਜਦੋਂ ਸਤਿਗੁਰੂ ਜੀ ਨੂੰ ਪ੍ਰਾਪਤ ਕੀਤਾ ਨਾ, ਤੇ ਸਹਿਜ ਸੇਤੀ, ਸਾਨੂੰ ਵੀ ਸਹਿਜ ਦੀ ਪ੍ਰਾਪਤੀ ਹੋਈ। ਫਿਰ ਸਹਿਜ ਅਵਸਥਾ, ਸਹਿਜ ਸਾਡੇ ਅੰਦਰ ਆਇਆ। ਫਿਰ ਸਾਨੂੰ ਸਹਿਜ ਗਿਆਨ ਦਾ ਨਾਮ ਵੀ ਸਹਿਜ ਹੈ, ਗਿਆਨ ਦੀ ਪ੍ਰਾਪਤੀ ਹੋਈ। ਮਨ ਵਜੀਆਂ ਵਧਾਈਆਂ। ਕਿਸੇ ਦੇ ਘਰ ਵਿੱਚ ਬੱਚਾ ਜਨਮੇ ਤੇ ਵਧਾਈਆਂ ਦਿੱਤੀਆਂ ਜਾਂਦੀਆਂ, ਤੇ ਮਹਾਰਾਜ ਸਾਹਿਬ ਕਹਿੰਦੇ ਵੀ ਸਾਡੇ ਮਨ ਦੇ ਵਿੱਚ ਹੁਣ ਵਧਾਈਆਂ ਵੱਜ ਰਹੀਆਂ ਹਨ, ਵਧਾਈਆਂ ਪ੍ਰਗਟ ਹੋ ਰਹੀਆਂ, ਵਾਧਾ ਪੈ ਰਿਹਾ। ਵਧਾਈ ਦਾ ਮਤਲਬ ਹੁੰਦਾ ਹੈ ਖੁਸ਼ੀ ਨੂੰ ਪ੍ਰਗਟ ਕਰਨਾ। ਤੇ ਜਿਸ ਵੇਲੇ ਕਿਸੇ ਦੇ ਘਰੇ ਬੱਚਾ ਜਨਮੇ, ਤੇ ਉਸ ਵੇਲੇ ਆਂਢੀ ਗੁਆਂਢੀ ਵਧਾਈਆਂ ਦੇਣ ਵਾਸਤੇ ਆਉਂਦੇ ਆ ਕਿ ਭਾਈ ਤੁਹਾਨੂੰ ਵਧਾਈ ਹੋਵੇ, ਤੁਹਾਡੇ ਬਾਲਕ ਜਨਮਿਆ ਹੈ, ਵੀ ਵਾਧਾ ਹੋਇਆ ਹੈ, ਪੀੜ੍ਹੀ ਚੱਲੀ ਹੈ। ਵਧੀ ਵੇਲ ਬਹੁ ਪੀੜ੍ਹੀ ਚਾਲੀ, ਖੁਸ਼ੀਆਂ ਪ੍ਰਗਟ ਕੀਤੀਆਂ ਜਾਂਦੀਆਂ। ਤਾਂ ਮਹਾਰਾਜ ਸਾਹਿਬ ਕਹਿੰਦੇ ਵੀ ਜਿਸ ਵੇਲੇ ਸਤਿਗੁਰੂ ਜੀ ਦੀ ਪ੍ਰਾਪਤੀ ਹੋਈ, ਤੇ ਹੁਣ ਮਨ ਦੇ ਵਿੱਚ ਵਧਾਈਆਂ ਵੱਜ ਰਹੀਆਂ ਹਨ, ਮਨ ਦੇ ਵਿੱਚ ਇਹ ਸ਼ੁਭ ਗੁਣਾਂ ਦਾ ਵਾਧਾ ਹੋਇਆ ਹੈ। ਰਾਗ ਰਤਨ ਪਰਵਾਰ ਪਰੀਆਂ। ਤੇ ਹੁਣ ਰਾਗ, ਜਿਹੜੇ ਰਾਗ ਹਨ ਮੁੱਖ, ਰਾਗਾਂ ਦਾ ਪਰਿਵਾਰ ਹੈ। ਰਤਨ ਨਾਮ ਹੈ ਪੁੱਤਰਾਂ ਦਾ, ਰਾਗਾਂ ਦੇ ਪੁੱਤਰ, ਤੇ ਰਾਗਾਂ ਦਾ ਸਾਰਾ ਪਰਿਵਾਰ। ਤੇ ਪਰੀਆਂ ਨਾਮ ਹੈ ਰਾਗਾਂ ਦੇ ਘਰ ਵਾਲੀਆਂ ਦਾ, ਜੋ ਪਰੀਆਂ ਹਨ। ਰਾਗਾਂ ਦੇ ਰਤਨ ਕਹੀਏ ਪੁੱਤਰ। ਰਾਗਮਾਲਾ ਵਿੱਚ ਵੀ ਮਹਾਰਾਜ ਨੇ ਰਾਗਾਂ ਦਾ ਪਰਿਵਾਰ ਕਥਨ ਕੀਤਾ। ਰਾਗ ਏਕ ਸੰਗ ਪੰਚ ਬਰੰਗਨ, ਸੰਗ ਅਲਾਪ ਹੈ ਆਠੋ ਨੰਦਨ। ਇੱਕ ਇੱਕ ਰਾਗ ਦੇ ਨਾਲ ਪੰਜ ਪੰਜ ਰਾਗਣੀਆਂ, ਤੇ ਅੱਠ ਅੱਠ ਉਹਨਾਂ ਦੇ ਪੁੱਤਰ ਮਹਾਰਾਜ ਸਾਹਿਬ ਜੀ ਨੇ ਰਾਗਮਾਲਾ ਵਿੱਚ ਕਥਨ ਕੀਤਾ ਹੈ। ਤਾਂ ਰਾਗ ਤੇ ਰਤਨ, ਪੁੱਤਰ ਰਾਗਾਂ ਦੇ, ਤੇ ਉਹਨਾਂ ਦਾ ਸਾਰਾ ਪਰਿਵਾਰ, ਤੇ ਪਰੀਆਂ ਘਰ ਵਾਲੀਆਂ ਰਾਗਾਂ ਦੇ। ਸ਼ਬਦ ਗਾਵਣ ਆਈਆਂ। ਹੁਣ ਉਹ ਸਾਰੀਆਂ ਗੁਰੂ ਕਾ ਸ਼ਬਦ ਗਾਉਣ ਵਾਸਤੇ ਆ ਗਈਆਂ, ਸ਼ਬਦ ਗਾਉਣ ਵਾਸਤੇ ਆ ਗਈਆਂ, ਕਿਉਂਕਿ ਸਾਨੂੰ ਸਤਿਗੁਰੂ ਜੀ ਦੀ ਪ੍ਰਾਪਤੀ ਹੋਈ ਹੈ, ਤੇ ਸਾਨੂੰ ਆਨੰਦ ਦੀ ਪ੍ਰਾਪਤੀ ਹੋਈ ਹੈ, ਸਹਿਜ ਦੀ ਪ੍ਰਾਪਤੀ ਹੋਈ ਹੈ, ਗਿਆਨ ਦੀ ਪ੍ਰਾਪਤੀ ਹੋਈ ਹੈ ਸਤਿਗੁਰੂ ਜੀ ਦੇ ਨਾਲ। ਰਾਗਾਂ ਦਾ ਸਾਰਾ ਪਰਿਵਾਰ ਹੀ ਸ਼ਬਦ ਗਾਵਣ ਆ ਗਿਆ। ਤੇ ਰਾਗ ਨਾਮ ਹੈ ਪ੍ਰੇਮ ਦਾ, ਰਤਨ ਨਾਮ ਹੈ ਵੈਰਾਗ ਦਾ,
ਤੇ ਬਾਕੀ ਜਿੰਨੇ ਸ਼ੁਭ ਗੁਣ ਉਹ ਪਰਿਵਾਰ ਸਾਰਾ ਪਰੀਆਂ। ਇਸੇ ਪ੍ਰਕਾਰ ਜੋ ਮੁਦਤਾ, ਇਸੇ ਤਰ੍ਹਾਂ ਸ਼ੁਭ ਗੁਣ ਜਿਹੜੀਆਂ ਸ਼ੁਭ ਗੁਣ ਹਨ ਉਹ ਭਾਵ ਭਗਤੀ ਆਦਿਕ ਇਹ ਪਰੀਆਂ ਸ਼ਬਦ ਗਾਵਣ ਆਈਆਂ, ਸਾਰੇ ਸ਼ੁਭ ਗੁਣ ਵੀ ਨਾਲ ਹੀ ਆ ਗਏ। ਤੋ ਗਰੀਬ ਨਵਾਜ ਸਾਹਿਬ ਜੀ ਕਹਿੰਦੇ ਹਨ ਸਾਨੂੰ ਰਾਗ ਦੀ ਪ੍ਰੇਮ ਦੀ ਪ੍ਰਾਪਤੀ ਹੋਈ ਹੈ, ਰਤਨ ਵੈਰਾਗ ਦੀ ਪ੍ਰਾਪਤੀ ਹੋਈ ਹੈ। ਔਰ ਇਹ ਸ਼ੁਭ ਗੁਣਾਂ ਦਾ ਖਿਮਾ, ਅਹਿੰਸਾ, ਦਇਆ, ਅੰਮ੍ਰਿਤ, ਸਤ, ਬਚਨ, ਤਪ, ਦਾਨ, ਸੀਲ, ਸੌਚ, ਤ੍ਰਿਸ਼ਨਾ, ਬਿਨਾ ਧਰਮ, ਲਿੰਗ, 10 ਜਾਣ, ਇਹ ਸਾਰਾ ਜਿੰਨਾ ਸ਼ੁਭ ਗੁਣਾਂ ਦਾ ਸਤ, ਸੰਤੋਖ, ਇਸ਼ਨਾਨ, ਗਿਆਨ ਆਦਿਕ ਹੈ, ਇਹ ਸਾਰਾ ਪਰਿਵਾਰ ਸਾਨੂੰ ਪ੍ਰਾਪਤ ਹੋ ਗਿਆ ਹੈ। ਤੇ ਸ਼ਬਦ ਗਾਵਣ ਆਈਆਂ ਜੋ ਇਹ ਰਾਗਾਂ ਤੇ ਰਾਗਣੀਆਂ ਤੇ ਇਹਨਾਂ ਦਾ ਸਾਰਾ ਪਰਿਵਾਰ ਇਹ ਵੀ ਸ਼ਬਦ ਗਾਉਣ ਵਾਸਤੇ, ਉਸਤਤੀ ਦੇ ਸ਼ਬਦ ਗਾਉਣ ਵਾਸਤੇ ਆ ਗਈਆਂ ਹਨ। ਸਬਦੋ ਦਾ ਗਾਵੋ ਹਰੀ ਕੇਰਾ। ਗਰੀਬ ਨਵਾਜ ਕਹਿੰਦੇ ਭਾਈ ਸ਼ਬਦ ਤਾਂ ਗਾਉਣਾ ਕਰੋ ਹਰੀ ਦਾ, ਹਰੀ ਕੇਰਾ, ਹਰੀ ਪਰਮੇਸ਼ਰ ਵਾਹਿਗੁਰੂ ਜੀ ਦਾ ਸ਼ਬਦ ਗਾਉਣਾ ਕਰੋ। ਮਨ ਜਿਨੀ ਵਸਾਇਆ। ਜਿਸ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਸਾਡੇ ਮਨ ਦੇ ਵਿੱਚ ਆਨੰਦ ਵਸਾ ਦਿੱਤਾ ਹੈ, ਖੇੜੇ ਦਾ ਵਾਸਾ ਕਰ ਦਿੱਤਾ ਹੈ। ਇਸ ਕਰਕੇ ਹੇ ਜਗਿਆਸੂਓ, ਜਿਨ੍ਹਾਂ ਨੇ ਤੁਹਾਡੇ ਮਨ ਦੇ ਵਿੱਚ ਆਨੰਦ ਦਾ ਵਾਸਾ ਕੀਤਾ ਹੈ ਉਸ ਹਰੀ ਦੇ ਸ਼ਬਦ ਨੂੰ ਗਾਉਣਾ ਕਰੋ। ਉਹ ਗੁਰੂ ਕੇ ਪਰਮੇਸ਼ਰ ਵਾਹਿਗੁਰੂ ਜੀ ਦੇ ਸ਼ਬਦ ਨੂੰ ਗਾਉਣਾ ਕਰੋ। ਕਹੈ ਨਾਨਕ ਆਨੰਦ ਹੋਆ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਹਿੰਦੇ ਹਨ ਕਿ ਸਾਨੂੰ ਆਨੰਦ ਪ੍ਰਾਪਤ ਹੋਇਆ ਹੈ, ਦੁਐਤ ਤੋਂ ਰਹਿਤ ਪ੍ਰਭੂ ਜੀ ਦੀ ਏਕਤਾ ਪ੍ਰਾਪਤ ਹੋਈ ਹੈ। ਸਤਿਗੁਰੂ ਮੈਂ ਪਾਇਆ। ਪਰ ਇਹ ਆਨੰਦ ਉਸ ਵੇਲੇ ਪ੍ਰਾਪਤ ਹੋਇਆ ਜਦੋਂ ਮੈਂ ਸਤਿਗੁਰੂ ਜੀ ਨੂੰ ਪਾਇਆ, ਜਦੋਂ ਸਤਿਗੁਰੂ ਜੀ ਦੀ ਪ੍ਰਾਪਤੀ ਹੋਈ, ਸਤਿਗੁਰੂ ਜੀ ਦਾ ਉਪਦੇਸ਼ ਨਾਮ ਮੇਰੇ ਹਿਰਦੇ ਵਿੱਚ ਵਸਿਆ। ਜਿੱਥੇ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਭਾਈ ਬੱਲੂ ਜੀ ਨੂੰ ਆਖਿਆ ਨਾ ਵੀ ਇਹ 40 ਪੌੜੀਆਂ ਆਨੰਦ ਸਾਹਿਬ ਜੀ ਦਾ ਪਾਠ ਗਲ ਵਿੱਚ ਢੋਲਕੀ ਪਾ ਕੇ ਕੋਠੇ ਤੇ ਚੜ੍ਹ ਕੇ ਸਾਰਾ ਗਾਇਨ ਕਰੋ, ਕੀਰਤਨ ਕਰੋ ਆਨੰਦ ਸਾਹਿਬ ਦਾ। ਉਹਨਾਂ ਨੇ ਕੀਰਤਨ ਕੀਤਾ। ਜਦੋਂ ਮਹਾਰਾਜ ਸਾਹਿਬ ਜੀ ਦੇ ਘਰੇ ਪੋਤਰਾ ਪੈਦਾ ਹੋਇਆ, ਬਾਬਾ ਮੋਹਰੀ ਜੀ ਦੇ ਘਰੇ ਪੁੱਤਰ ਪੈਦਾ ਹੋਇਆ, ਜਿਸ ਦਾ ਨਾਮ ਵੀ ਗੁਰੂ ਅਮਰਦਾਸ ਸਾਹਿਬ ਜੀ ਨੇ ਆਨੰਦ ਹੀ ਰੱਖਿਆ। ਬਾਅਦ ਵਿੱਚ ਉਹਨਾਂ ਨੂੰ ਬਾਬਾ ਆਨੰਦ ਜੀ ਕਹਿ ਕੇ ਸੰਗਤਾਂ ਬੁਲਾਉਂਦੀਆਂ ਸੀ। ਇਸੇ ਤਰ੍ਹਾਂ ਜਦੋਂ ਧੰਨ ਗੁਰੂ ਅਰਜਨ ਦੇਵ ਸਾਹਿਬ ਪੰਚਮ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦਾ ਮੀਰੀ ਪੀਰੀ ਦੇ ਮਾਲਕ ਬਾਬਾ ਬੁੱਢਾ ਸਾਹਿਬ ਜੀ ਦੇ ਬਚਨਾਂ ਦੇ ਨਾਲ ਗੁਰੂ ਕੀ ਵਡਾਲੀ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪ੍ਰਗਟ ਹੋਏ ਨਾ 1652 ਬਿਕਰਮੀ ਸੰਮਤ ਦੇ ਵਿੱਚ, ਉਹਦਾ ਵੀ ਜ਼ਿਕਰ ਆਉਂਦਾ ਇਤਿਹਾਸ ਵਿੱਚ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸੰਗਤਾਂ ਨੂੰ ਆਖਿਆ, ਗੁਰਸਿੱਖਾਂ ਨੂੰ ਕਿਹਾ ਕਿ ਤੀਜੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਆਨੰਦ ਸਾਹਿਬ ਜੀ 40 ਪੌੜੀਆਂ ਦਾ ਕੀਰਤਨ ਕਰੋ। ਇਹ 40 ਪੌੜੀਆਂ ਦਾ ਕੀਰਤਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਧਾਰਨ ਮੌਕੇ ਤੇ ਗੁਰੂ ਕੀ ਵਡਾਲੀ ਵਿੱਚ ਵੀ ਕੀਤਾ ਗਿਆ ਔਰ ਇਹ ਮਰਿਆਦਾ ਹੈ। ਔਰ ਜਿੱਥੇ ਹੋਰ ਬੇਅੰਤ ਬਾਣੀ ਸਤਿਗੁਰੂ ਜੀ ਦੀ ਇੱਕ ਇੱਕ ਸ਼ਬਦ, ਇੱਕ ਇੱਕ ਅੱਖਰ, ਇੱਕ ਇੱਕ ਪੰਕਤੀ ਕਲਿਆਣਕਾਰੀ ਹੈ, ਉੱਥੇ ਸਾਧ ਸੰਗਤ ਜੀ ਇਹ ਆਨੰਦ ਦੀ ਦਾਤੀ ਬਾਣੀ ਹੈ ਗੁਰੂ ਸਾਹਿਬ ਜੀ ਦੀ, ਆਨੰਦ ਸਾਹਿਬ ਦੀ ਬਾਣੀ। ਤਾਂ ਗੁਰਸਿੱਖ ਇਹਦਾ ਵੱਧ ਤੋਂ ਵੱਧ ਪਾਠ ਕਰਦੇ ਹਨ। ਨਿਤਨੇਮ ਵਿੱਚ ਤਾਂ 5 ਬਾਣੀਆਂ ਵਿੱਚ ਇਸ ਬਾਣੀ ਦਾ ਪਾਠ ਹੁੰਦਾ ਹੀ ਹੈ। ਅੰਮ੍ਰਿਤ ਵੇਲੇ ਦੇ ਨਿਤਨੇਮ ਵਿੱਚ, ਸ਼ਾਮ ਦੇ ਨਿਤਨੇਮ ਦੇ ਵਿੱਚ ਵੀ 6 ਪੌੜੀਆਂ ਦਾ ਪਾਠ ਕੀਤਾ ਜਾਂਦਾ ਹੈ ਰਹਿਰਾਸ ਸਾਹਿਬ ਜੀ ਦੇ ਵਿੱਚ। ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਨ ਲੱਗਿਆ ਵੀ 5 ਬਾਣੀਆਂ 'ਚ ਇਸ ਬਾਣੀ ਦਾ ਪਾਠ ਕੀਤਾ ਜਾਂਦਾ ਹੈ। ਤੇ ਜਿੰਨਾ ਵੀ ਕੋਈ ਇਹਦਾ ਵੱਧ ਤੋਂ ਵੱਧ ਪਾਠ ਕਰੇਗਾ ਰੋਜ਼, ਉਹਦੀਆਂ ਮਨ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ, ਸ਼ੁਭ ਇਸ਼ਾਵਾਂ ਪੂਰੀਆਂ ਹੁੰਦੀਆਂ। ਮਲੀਨ ਇੱਛਾ ਤੇ ਮਹਾਰਾਜ ਦੀ ਬਾਣੀ ਮੇਟ ਹੀ ਦਿੰਦੀ ਹੈ। ਜਿਹੜੀਆਂ ਕੋਈ ਭੈੜੇ ਫੁਰਨੇ ਆ, ਮਲੀਨ ਇੱਛਾ, ਉਹ ਤਾਂ ਬਾਣੀ ਨੂੰ ਪੜ੍ਹਦਿਆਂ ਗੁਰੂ ਕੀ ਬਾਣੀ ਦੀ ਪਾਰਸ ਕਲਾ ਵਰਤਦੀ ਹੈ, ਉਹ ਭੈੜੇ ਫੁਰਨੇ ਤਾਂ ਮੇਟ ਹੀ ਜਾਂਦੇ ਆ ਤੇ ਸ਼ੁਭ ਇਸ਼ਾਵਾਂ ਪੂਰੀਆਂ ਹੋ ਜਾਂਦੀਆਂ ਹਨ। ਤੋ ਐਸੀ ਸਤਿਗੁਰੂ ਜੀ ਦੀ ਇਹ ਅੰਮ੍ਰਿਤਮਈ ਆਨੰਦ ਦੇਣ ਵਾਲੀ ਬਾਣੀ ਹੈ। ਗਰੀਬ ਨਵਾਜ ਸਤਿਗੁਰੂ ਜੀ ਕਿਰਪਾ ਕਰਨ। ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ ਮਨ ਕੀ ਦੁਬਿਧਾ ਬਿਨ ਸਜਾਏ, ਹਰ ਪਰਮ ਪਦ ਲਹੀਐ। ਇਹ ਮਨ ਦੀ ਦੁਬਿਧਾ ਮੇਟਣ ਵਾਲੀ ਔਰ ਆਨੰਦ ਖੇੜਾ ਬਖਸ਼ਣ ਵਾਲੀ ਗੁਰੂ ਕੀ ਬਾਣੀ ਹੈ। ਤੇ ਇੱਕ ਇੱਕ ਪੌੜੀ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਫਿਰ ਵੱਡਾ ਹੀ ਗਿਆਨ ਉਪਦੇਸ਼ ਬਖਸ਼ਿਸ਼ ਕੀਤਾ ਹੈ।
ਤੇ ਅਖੀਰ ਤੇ ਜਾ ਕੇ ਫਿਰ ਇਹ ਵੀ ਕਿਹਾ ਹੈ, ਅਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਸਾਰੇ ਝੋਰੇ ਵਿਸੂਰੇ ਹੀ ਉਤਰ ਜਾਂਦੇ ਆ। ਦੁਖ ਰੋਗ ਸੰਤਾਪ ਹੀ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਗੁਰੂ ਕੇ ਚਰਨਾਂ ਨਾਲ ਜੁੜਿਆ, ਫਿਰ ਹੱਦ ਤੋਂ ਰਹਿਤ ਵਾਜੇ, ਨਾਮ ਦੇ ਵਾਜੇ ਹਿਰਦੇ ਵਿੱਚ ਵੱਜਦੇ ਹਨ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ, ਦੇਹੋ ਸੱਜਣ ਆਸੀਸ ਅੜੀਆਂ, ਜੇ ਹੋਵੇ ਸਾਹਿਬ ਸਿਓ ਮੇਲ। ਸਬਦੋ ਤਾਗਾ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।